भी किसी ने रोकना तो है नहीं, जे कोई रोकेगा तो असीं चुप करा देंगे जां उहनूं कहांगे तुरदा बन। याद रहे आशा ना कुछ कुछ लोगों ने इस गल की गल की सी जदों मैं उन्होंने कहा सी भी तुसीं क्यों नहीं ये गल करदे किसी नाल, तो वो कहंदे भी जे असीं शिकायत करदे सी तां साडे जिहड़ा कोई बंदा माड़ा मोटा कंन चकदा उहदे मूहरे एड्डा वड्डा परचा है जिहड़ा लिख के उहदे रख दिंदे ने ते 2 महीनਿਆਂ 'ਚ ਇਹੋ ਜਿਹੀਆਂ ਸਕੀਮਾਂ ਆਜ਼ਾਦ ਕਰਦੇ ਨੇ कि ਤੁਹਾਨੂੰ ਉੱਥੋਂ ਚੱਲਦਾ ਕਰਦੇ ਨੇ। ਭਾਵ ਇਨਸਿਕਿਉਰਿਟੀ ਵਾਲਾ ਵਾਤਾਵਰਨ ਜਨਰੇਟ ਕਰੀ ਰੱਖਣਾ ਤਾਂ ਕਿ ਕੋਈ ਵੀ ਵਿਅਕਤੀ ਜਿਹੜਾ ਉਹਨਾਂ ਦੀਆਂ ਗਲਤ ਕਾਰਗੁਜ਼ਾਰੀਆਂ ਬਾਰੇ ਕੋਈ ਆਵਾਜ਼ ਉਠਾ ਨਾ ਸਕੇ। ਵਰਨਾ MLA ਤੇ ਮਿਨਿਸਟਰ ਦੀ ਘਰ ਵਾਲੀ ਜਿਹੜੀ ਉੱਥੇ ਕੰਮ ਕਰਦੀ ਆ ਉਹਨੂੰ ਇਹ ਕਹਿਣ ਦੀ ਜ਼ਰੂਰਤ ਕਿਉਂ ਪੈਂਦੀ ਕਿ ਹਾਂ ਮੈਂ ਇੰਨੇ ਬੰਦੇ ਫਾਇਰ ਕੀਤੇ ਨੇ? ਇਹ ਕਿਸੇ ਅਫਸਰ ਦੀ ਕੁਆਲੀਫਿਕੇਸ਼ਨ ਆ ਵੀ ਉਹਨੇ ਇੰਨੇ ਬੰਦੇ ਫਾਇਰ ਕੀਤੇ ਨੇ? ਇਹ ਵੀ ਦੱਸਦਾ ਕਿ ਉਸ ਅਫਸਰ ਦੀ ਆਪਣੀ ਨੀਤੀ ਜਿਹੜੀ ਆ ਉਹ ਡਿਕਟੇਟਰਸ਼ਿਪ ਵਾਲੀ ਆ। ਔਰ ਖਰਾਤੀ ਸੰਸਥਾ ਦੇ ਵਿੱਚ ਡਿਕਟੇਟਰ ਕੀ ਕਰਨਾ ਬਈ? ਡਿਕਟੇਟਰ ਕੀ ਕਰਨਾ? ਜਿਹੜੇ ਆਪ ਲੋਕਾਂ ਦੇ ਟਕਿਆਂ ਦੇ ਮੁਹਤਾਜ ਹੋਣ, ਉਹਨਾਂ ਦੀ ਇੰਨੀ ਜ਼ਰੂਰਤ ਕਿ ਉਹ ਕਿਸੇ ਨੂੰ ਡਰਾ ਜਾਣ, ਅਨਲੈਸ ਉਹਨਾਂ ਨੂੰ ਕਿਸੇ ਸਿਸਟਮ ਦੀ ਔਰ ਸਿਸਟਮੈਟਿਕ ਸੋਚ ਹੈ ਜਿਹੜੀ ਉਸ ਦੀ ਸਹਿ ਨਾ ਹੋਵੇ। ਵਰਨਾ ਖਰਾਤੀ ਸੰਸਥਾ ਦੇ ਵਿੱਚ ਕੰਮ ਕਰਦੇ ਯਾਦ ਰਹੇ ਇਹਨੂੰ ਨਾਲ ਇਹ ਹੋਰ ਕਨੈਕਸ਼ਨ ਜੋੜੋ ਨਾਲ ਕਿ ਉਹ ਇੰਪਲਾਈ ਜਿਹੜੀ ਆਪਣੇ ਆਪ ਨੂੰ ਖਰਾਤੀ ਸੰਸਥਾ ਦੇ ਵਿੱਚ ਕਿਸੇ ਪੋਜੀਸ਼ਨ ਦੇ ਉੱਤੇ ਹੈ ਔਰ ਦੂਸਰਿਆਂ ਦੇ ਨਾਲ ਇਸ ਤਰ੍ਹਾਂ ਦਾ ਵਿਹਾਰ ਕਰਦੀ ਹੈ। ਨੰਬਰ 1 ਤਾਂ ਉਹਦੀ ਇਸ ਵਿਚਾਰਧਾਰਾ ਨੂੰ ਸਹਿ ਦਿੰਦਾ ਉਹ ਸੰਸਥਾ ਪਿਕਸ, ਤੇ ਦੂਜੇ ਦੇ ਦਿਮਾਗ ਦੇ ਵਿੱਚ ਇਹ ਖਿਆਲ ਖੌਰੂ ਹੈ, ਦਿਮਾਗ ਦੇ ਵਿੱਚ ਖਿਆਲਾਂ ਦਾ ਖੌਰੂ ਹੈ ਕਿ ਉਹਦਾ ਘਰ ਵਾਲਾ ਤਾਂ MLA ਮਿਨਿਸਟਰ ਜੋ ਮਰਜ਼ੀ ਕਰ ਸਕਦੀ ਹੈ, ਕਿਉਂ ਇਹ ਬਠਿੰਡਾ? ਇੱਥੋਂ ਤਾਂ ਪਤਾ ਲੱਗਦਾ ਹੈ, ਜਿਹਦੇ ਵਿੱਚ ਵੈਸੇ ਇਹ ਆਮ ਹੈ ਆਸ਼ਾ ਨਾ, ਜਦੋਂ ਕੋਈ ਵਿਅਕਤੀ ਆਪਣੇ ਦਿੱਤੇ ਹੋਏ ਰੁਤਬੇ ਤੋਂ ਥੱਲੇ ਦਾ ਗਿਰਾਵਟ ਦਾ ਵਿਹਾਰ ਕਰੇ ਤਾਂ ਉਹਨੂੰ ਕਿਹਾ ਜਾਂਦਾ ਕੁੱਤਾ ਰਾਜ ਬਹਾਲੀ ਹੈ, ਫਿਰ ਚੱਕੀ ਚੱਟਾ ਹੈ। ਪਿਕਸ ਵਰਗੀ ਸੰਸਥਾ ਹੋਵੇ ਔਰ ਜਿੱਥੇ ਕਿ ਵੈਸੇ ਹੀ ਲੋਕੀ ਅਣਸੁਖਾਵੇ ਵਾਤਾਵਰਨ ਦੇ ਵਿੱਚ ਆਪਣੀ ਮਦਦ ਲੈਣ ਲਈ ਜਾਂ ਠਾਹਰ ਲੈਣ ਲਈ ਪਹੁੰਚਦੇ ਹੋਣ ਔਰ ਉੱਥੇ ਆਹ ਵਰਤਾਅ ਹੋਵੇ। ਇਹ ਕੋਈ ਬਣੀ ਬਣਾਈ ਕਹਾਣੀ ਨੇ, ਸਾਡੇ ਪਾਸ ਈਮੇਲਸ ਭੇਜੀਆਂ ਪਈਆਂ ਨੇ, ਪੀੜਤਾ ਨੇ ਆਪ ਲਿਖ ਕੇ ਸਾਨੂੰ ਭੇਜਿਆ ਵੀ ਮੇਰੇ ਨਾਲ ਆਹ ਵਿਹਾਰ ਕੀਤਾ ਹੁੰਦਾ ਰਿਹਾ ਐਂਡ ਵੀ ਵਿਲ ਬ੍ਰਿੰਗ ਦੈਟ ਟੂ ਦ ਕੋਰਟ। ਯਾਦ ਰਹੇ ਅੱਛਾ ਨਾ, ਇਹਦੇ ਵਿੱਚ ਕਈ ਗੱਲਾਂ ਸਾਹਮਣੇ ਆਉਂਦੀਆਂ ਨੇ। ਅਧਿਕਾਰੀਆਂ ਨਾਲ ਗੱਲ ਕਰਨ ਦੇ ਉੱਤੇ ਉਹਦਾ ਜਵਾਬ ਹੈ ਆ ਮਿਲਦਾ ਹੈ, ਇਹ ਦੋ ਹੀ ਧੀਮੀਆਂ ਨਹੀਂ ਜੀ ਬੋਲੀ ਜਾਂਦੀਆਂ ਨੇ। ਇਹ ਆਮ ਹੀ ਲੋਕ ਦੱਸਦੇ ਆ, ਚੁਣੇ ਹੋਏ ਨੁਮਾਇੰਦਿਆਂ ਨਾਲ ਗੱਲ ਕਰਦੇ ਆ ਤਾਂ ਚੁਣੇ ਹੋਏ ਨੁਮਾਇੰਦੇ ਆਹ ਗੱਲਾਂ ਕਹਿੰਦੇ ਨੇ ਕਿ ਸਾਨੂੰ ਡਰ ਹੈ ਵੀ ਆਪਣੀ ਕਮਿਊਨਿਟੀ ਦੀ ਇੱਕ ਹੀ ਸੰਸਥਾ, ਐਡੀ ਵੱਡੀ ਸੰਸਥਾ, ਅਤੇ ਉਹ ਬੰਦ ਹੋ ਜਾਏਗੀ। ਅਤੇ ਦੇਖੋ ਜੀ ਹੁਣ ਗੁਰੂ ਨਾਨਕ ਡਾਈਵਰਸਿਟੀ ਵਿਲੇਜ ਬਣ ਜਾ ਰਿਹਾ, ਉਹਨੂੰ ਫੰਡਿੰਗ ਨਹੀਂ ਮਿਲੇਗੀ, ਉਹ ਬੰਦ ਹੋ ਜਾਏਗੀ। ਇਹਨੂੰ ਮੈਂ ਇੱਕ ਤਾਂ ਨਕਾਰਾਤਮਕ ਸੋਚ ਕਹਿੰਦੀ ਆ। ਜਿਹੜੀ ਚੀਜ਼ ਦੀਆਂ ਜੜ੍ਹਾਂ ਹੀ ਮਜ਼ਬੂਤ ਹੈ ਨਹੀਂ ਉਹਦੇ ਉੱਤੇ ਚਵਾਰਾ ਕੀ ਪਾਉਣਾ, ਉਹਨੇ ਢਹਿਣਾ ਹੀ ਢਹਿਣਾ ਹੈ। ਖਰਾਤੀ ਸੰਸਥਾ ਦਾ ਸਭ ਤੋਂ ज़्यादा ਵੱਡੀ ਨਹੀਂ ਹੁੰਦੀ ਆ कोड ऑफ कंडक्ट। वैसे दीदी देखा जाए तो हमारे जो MLAs है जो इस तरह की बातें करते हैं कि संस्था बचाना है, शेम ऑन यू। संस्था बचाना है इसका मतलब करप्शन ढांकना है, छुपाना है। इज दैट व्हाट यू आर डूइंग? अगर आप इस तरह के MLA हो तो फिर अगले इलेक्शन में आपसे कुर्सी चले जाना चाहिए। और आई एम प्रॉमिसिंग कि हमारे जितने भी ऑडियंस इस वक्त प्रोग्राम सुन रहे हैं, जो भी ये MLAs है जो ये बात कह रहे कि संस्था बचाना है, पिक्स को बचाना है, लेकिन पिक्स के अंदर जो करप्शन CEO और बोर्ड ऑफ डायरेक्टर्स जो सस्पेंडेड रियल्टर्स जैसे लोगों को बिठाए रखा हुआ है, कैम पवार जैसे लोगों को, अगर कोई भी MLA ये बात कहते हैं तो मैं उनका पर्दाफाश ज़रूर करूँगी। दिस इज़ रॉन्ग एंड एब्सोल्युटली रॉन्ग। जब अटायरा की सफाई हो सकती है, SRO की सफाई हो सकती है, तो पिक्स की क्यों नहीं? क्योंकि पिक्स आपके अपने कौम का है। इज दैट व्हाट इट इज?
ये डिस्क्रिमिनेशन ये एमएलएस फैला रहे हैं। शर्म आनी चाहिए। जहां पर ये लोग हक की बात करते हैं वहां इस तरह की बातें करना शुरू कर दिए कि संस्था बचाना है और चुप हो जाए, कुछ भी होता है रहने दो इसमें। याद रखो साल 2024 में इलेक्शन होना है और इलेक्शन से पहले ये सारे पर्दाफाश में जरूर करूंगी कि कौन ये एमएलए है जो इस तरह की बातें कर रहे हैं। पिक्स के अंदर ये जो चोरों का टोली बैठे हुए हैं, इनको कौन सपोर्ट कर रहा है और क्यों कर रहा है? क्या हमारे सरी के लोग ऐसे एमएलए चाहते हैं कि उनको रिप्रेजेंट करें लेजिस्लेचर में? शर्म से डूब मरना चाहिए ऐसे लोगों को जो अपने इस तरह के अल्फाज बोलते हैं कि संस्था बचाना है तो जो मर्जी उसके अंदर होने हो लेने दो। दिस इज एब्सोल्युटली रॉन्ग। जहां पर इस तरह के काम होते हैं उसकी आवाज उठाना फर्ज होता है एमएलए और एमपीस के। चलो अपने सरी शहर के एमपी से तो हमें कोई उम्मीद है नहीं, इधर फायदा देखा तो इधर लटक गए, इधर फायदा देखा तो इधर लटक गए। दैट्स व्हाट द एमपी इज डूइंग इस राइडिंग की। लेकिन हमारे एमएलए से ये बातें सुनना बहुत अफसोस की बात है, बहुत ही अफसोस की बात है। जो लोग रॉन्ग कामों को रोक नहीं सकते, गलत कामों को रोक नहीं सकते, उन्हें लेजिस्लेशन में कुर्सी नहीं मिलनी चाहिए। और पिक्स के अंदर जो हो रहा है इट्स एब्सोल्युटली रॉन्ग। कितने बातें तो हम लोगों ने आपको बता दी है। अभी एक और जो स्कैंडल इनकी सबसे बड़ी वाली है वो किसी की जान चली गई, किसी की जान चली गई। बहुत सारे बातें खुल के पिक्स के बारे में सामने आ रहे हैं, लेकिन एमएलए बोल रहे हैं संस्था बचानी है। ਅੱਛਾ ਨਾ, ਇੱਕ ਗੱਲ ਹੋਰ ਹੈ ਅੱਜ ਜੋ ਵੀ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ। ਇਹ ਜਿਹੜਾ ਲੁੰਗ ਲਾਣਾ ਨਾ, ਇਹ ਮੈਂ ਵੀ ਨਹੀਂ ਨਾ ਲੁੰਗ ਲਾਣਾ ਕਹਿੰਦੀ, ਕਿਉਂਕਿ ਕਿਸੇ ਵੀ ਤਰ੍ਹਾਂ ਦੇ ਸਹੀ ਅਲੰਕਾਰ ਦੇ ਕਾਬਲ ਹੈ ਨਹੀਂ ਗੇ। ਹਾਂਜੀ, ਇਹ ਸਾਰੇ ਦੇ ਸਾਰੇ ਇੰਨੇ ਜ਼ਿਆਦਾ ਮੈਨੂਪਲੇਟਿਵ ਹੋਏ ਆ ਨਾ। ਇਹਨਾਂ ਨੇ ਉਹ ਲੋਕ ਜਿਹੜੇ ਪੁਰਾਣੇ ਲੰਮੇ ਸਮੇਂ ਤੋਂ ਸਿੱਧੇ ਜਾਂ ਅਸਿੱਧੇ ਤੌਰ ਦੇ ਉੱਤੇ ਪਿਕਸ ਨਾਲ ਜੁੜੇ ਹੋਏ ਆ, ਠੀਕ ਹੈ ਨਾ। ਹਾਂਜੀ, ਉਹਨਾਂ ਲੋਕਾਂ ਨੂੰ ਇਹਨਾਂ ਨੇ ਮੈਂਟਲ ਮੈਨੂਪੂਲੇਸ਼ਨ ਕੀਤੀ ਹੈ ਔਰ ਦਬਮੀ ਆਵਾਜ਼ ਦੇ ਵਿੱਚ ਘੁਰਕੀਆਂ ਵੀ ਦਿੱਤੀਆਂ ਨੇ, ਘੁਰਕੀਆਂ ਵੀ ਦਿੱਤੀਆਂ ਨੇ। ਅੱਛਾ, ਉਸ ਟਾਈਮ ਤੇ ਉਹ ਫਲਾਣਾ ਬੰਦਾ ਐ ਕਰਦਾ ਹੁੰਦਾ ਸੀਗਾ, ਉਹ ਵੀ ਫਿਰ ਤਾਂ ਸਾਹਮਣੇ ਆਊਗਾ, ਦੇਖੋ ਜੀ ਉਹ ਵੀ ਬਦਨਾਮ ਹੋਊਗਾ, ਤੁਸੀਂ ਵੀ ਬਦਨਾਮ ਹੋਵੋਗੇ। ਮੈਂ ਆਪਣੀਆਂ ਉਂਗਲੀਆਂ ਦੇ ਪੋਟਿਆਂ ਤੇ ਗਿਣ ਸਕਦੀ ਹਾਂ ਕਿਹੜੇ ਕਿਹੜੇ ਬੰਦਿਆਂ ਨੂੰ ਇਹਨਾਂ ਨੇ ਇਸ ਤਰ੍ਹਾਂ ਦੀਆਂ ਘੁਰਕੀਆਂ ਦਿੱਤੀਆਂ ਨੇ, ਚਾਹੇ ਸਤਵੀਰ ਚੀਮਾ ਤੇ ਚਾਹੇ ਉਹਦੇ ਨਾਲ ਦੇ ਬੰਦੇ ਨੇ। ਔਰ ਯਾਦ ਰਹੇ, ਛੱਡੂਗੀ ਨਹੀਂ। ਤੁਹਾਡੇ ਵਰਗੇ ਲੋਕ, ਤੁਹਾਡੇ ਵਰਗੇ ਧਾਰਨੀ ਜਿਹੜੀ ਗਲਤੀਆਂ ਕਤਾਈਆਂ ਕਰਕੇ ਵੀ ਆਪਣੇ ਦੂਸਰੇ ਨੂੰ ਡਰਾਉਣ, ਧਮਕਾਉਣ ਤੇ ਬਸ਼ਰਮ ਕਰਨ ਦੀ ਪ੍ਰਕਿਰਿਆ ਦੇ ਵਿੱਚ ਮਾਹਰ ਹੋਣ, ਇਹੋ ਜਿਹੇ ਮਸੰਦਾਂ ਦੀ ਲੋੜ ਨਹੀਂ ਹੈ ਸਾਨੂੰ। ਇਹ ਵਕਤ ਦਰ ਵਕਤ ਅਸ਼ੇ ਨਾ ਇਸ ਤਰ੍ਹਾਂ ਦੇ ਮਸੰਦ ਪੈਦਾ ਹੁੰਦੇ ਆ। ਇੱਕ ਟਾਈਮ ਤੇ ਇਹਨਾਂ ਨੂੰ ਤੇਲ 'ਚ ਵੀ ਪਾ ਕੇ ਸਾੜਿਆ ਗਿਆ ਸੀ, ਪਰ ਖਤਮ ਨਹੀਂ ਹੁੰਦੇ। ਦੇ ਆਰ ਲਾਈਕ ਬੈਡ ਬਗਸ, ਕਿਉਂਕਿ ਲੋਕਾਂ ਦਾ ਖੂਨ ਚੂਸਣ ਲਈ ਉਹ ਪੈਦਾ ਹੁੰਦੇ ਨੇ। ਔਰ ਇਹਨਾਂ ਦਾ ਇਲਾਜ ਉਹੀ ਹੈ। ਕਿਹੜੇ ਕਿਹੜੇ ਬੰਦੇ ਨੂੰ ਕੀ ਕੀ ਕਹਿ ਕੇ ਇਹਨਾਂ ਨੇ ਕਿਵੇਂ ਉਹਨਾਂ ਨੂੰ ਆਸ਼ਿਆ ਨਾ ਇਹ ਅੱਛਾ ਫੇਰ ਤਾਂ ਜੀ ਤੁਹਾਡੇ ਬੰਦੇ ਦਾ ਫਲਾਣਾ ਪਰਦਾਫਾਸ਼ ਵੀ ਹੋਊਗਾ। ਇਹਦਾ ਮਤਲਬ ਇਹ ਬਲੈਕਮੇਲਿੰਗ ਵੀ ਕਰਦੇ ਆ। ਇਹ ਮਿੰਨਿਆਂ ਦੇ ਮੁਤਲਕ ਐਵੇਂ ਜਨਾਨੀਆਂ ਦੀ ਕਹਾਵਤ ਪਾ ਕੇ ਜਨਾਨੀਆਂ ਨੂੰ ਬਦਨਾਮ ਕੀਤਾ ਹੈ, ਪਰ ਇਹ ਲੁੰਗ ਲਾਣਾ ਸਾਰਾ ਉਸੇ ਖੇਤਰ ਦਾ ਹੈ। ਚਾਹੇ ਇਹਨਾਂ ਦਾ CEO ਆ, ਚਾਹੇ CEO ਦੇ ਆਲੇ ਦੁਆਲੇ ਚੇਲੇ ਚਾਪਟੇ ਨੇ, ਤੇ ਚਾਹੇ ਉਹਨਾਂ ਦੇ ਬੋਰਡ ਆਫ ਡਾਇਰੈਕਟਰਸ ਨੇ। ਮੈਂ ਮੰਨਦੀ ਹਾਂ ਕਿ ਕੁਝ ਵਿਅਕਤੀ ਜਿਹੜੇ ਨੇ ਉਹ ਕਹਿੰਦੇ ਨੇ ਇਹੋ ਜਿਹੇ ਛੱਡੋ ਪਰੇ, ਇਹੋ ਜਿਹੇ ਗੰਦ 'ਚ ਕੀ ਹੱਥ ਪਾਉਣਾ। ਤਾਂ ਹੀ ਤਾਂ ਬੋਰਡ ਆਫ ਡਾਇਰੈਕਟਰਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਇਹ ਲੱਭਦੇ ਫਿਰਦੇ ਸੀ ਲੋਕਾਂ ਨੂੰ। ਔਰ ਚੱਜ ਦੇ ਬੰਦਿਆਂ ਨੇ ਸਾਰਿਆਂ ਨੇ ਜਵਾਬ ਦੇ ਦਿੱਤਾ, ਨੋ, ਤੁਸੀਂ ਜੋ ਗੰਦ ਪਾਇਆ ਉਸ ਸੰਸਥਾ ਦੇ ਵਿੱਚ। ਔਰ ਚੁਣੇ ਹੋਏ ਨੁਮਾਇੰਦੇ ਆਪਣੇ ਆਪ ਨੂੰ MLA ਤੇ ਮਿਨਿਸਟਰ ਕਹਿ ਰਹੇ ਨੇ,
ਉਹ ਸਾਡੀ ਸੰਸਥਾ ਚਲੀ ਜਾਊ ਜਾਂ ਤੁਹਾਡੀਆਂ ਵੋਟਾਂ ਜਾਣਗੀਆਂ। ਇਹਦਾ ਮਤਲਬ ਤੁਸੀਂ ਚੁਣਨ ਦੇ ਕਾਬਿਲ ਹੈ ਨਹੀਂਗੇ। AGM ਨਾਲ ਇਹ ਵੀ ਪਤਾ ਕਰਨਾ ਵੀ ਉਹਨਾਂ ਨੂੰ ਕਿਸ ਗੱਲ ਤੇ ਮੈਨੂਪੁਲੇਟ ਕੀਤਾ ਜਾ ਰਿਹਾ। आई वांट टू फाइंड दैट आउट टू। और AGM मीटिंग में बोर्ड का चेयर ना होना, वाइस चेयर और बोर्ड का चेयर का बोर्ड से निकल जाना ये साबित कर रहा है कि CEO सतबीर चीमा के जो बोर्ड बैठे हुए हैं वो किस तरह के हैं। जो लोग बैठे हुए लाइक सस्पेंडेड रियल्टर कैम पवार, इसके अलावा रणबीर मंज जिनको चेयर बनाया गया है, जिनसे अपना घर नहीं संभलता, शराब पी के लड़खड़ाते हुए पिक्स वालों ने फायर किया था एज एन एम्प्लॉय, उसको लाकर सतबीर चीमा ने बैठा दिया बोर्ड पर और चेयर बना दिया। शराबी कबाबी लोग, सस्पेंडेड रियल्टर कैम पवार की तस्वीरें तो आप लोगों को हमने दिखाई दी। लड़कियां पैरों पे बैठी हुई है, शराब के बोतल खुला हुआ टेबल पे रखा हुआ है। इस तरह के लोग पिक्स के बोर्ड में बैठे हुए हैं। शर्म आनी चाहिए। और फिर सतबीर के यार बेलियां सहेलियां खालसा क्रेडिट यूनियन में काम कर रही है मनिंदर ग्रीवाल, वो वाइस चेयर बनी बैठी हुई है। शर्म नहीं आती? बोर्ड की वाइस पे चेयर बैठी हुई है, वो सवाल नहीं उठा सकती है कि कैम पवार जैसे सस्पेंडेड रियल्टर लड़कियों को अपने पैरों पे बैठा के शराब खोल के बैठा हुआ पिक्चर सोशल मीडिया में घूम रही है, ऐसे हमारे बोर्ड ऑफ डायरेक्टर बैठे हुए? शर्म नहीं आती आपको? खालसा क्रेडिट यूनियन के एम्प्लॉय होकर इस तरह की हरकतें और इस तरह के बोर्ड में बैठी हुई हैं आप। शेम, एक्चुअली इतनी शर्म की बात है, ऐसे बोर्ड में औरतें बैठी है जहां पर आदमी शरेआम सोशल मीडिया पे पोस्ट कर रहे लड़कियों को पैरों पे बैठा के शराब के बोतल खोल के, जनानियों को इस तरह के बोर्ड में बैठते हुए शर्म नहीं आती? इस तरह के हरकत करते हुए बोर्ड में बैठने वाले जो लेडीज है, चाहे वो टीना पुरेवाल हो, गुरप्रीत पुरेवाल के बीवी, या फिर वो मनिंदर कौर ग्रीवाल हो जो वाइस चेयर बैठी है, इस तरह के बोर्ड में बैठते हैं आप लोग। और क्या क्या होता है बोर्ड मीटिंग के दरमियान, बताएंगे जरा आप लोग? क्या आप लोग भी बकरे पार्टी में शामिल होते हो, शराब की बोतल जहां छलकते हैं? खालसा क्रेडिट यूनियन के एम्प्लॉय? सीरियसली? वी वांट टू नो दैट एज वेल। आम पब्लिक का जानना जरूरी है, क्योंकि आप नॉन प्रॉफिट ऑर्गेनाइजेशन की बोर्ड में बैठी हुई है। आप अपने हस्बैंड के बिजनेस के बोर्ड में बैठते तो हम शायद नहीं इस बारे में कह सकते, क्योंकि वो आपका अपना जाती मामला है। पर नॉन प्रॉफिट ऑर्गेनाइजेशन के बोर्ड में बैठा हुआ एक एक शख्स से सवाल करना जनता का पूरा हक है, एंड वी वांट टू नो। शर्म आ रही है मुझे उस MLA पर जिन्होंने महफिल में लोगों से ये बात कही है कि ये संस्था बचानी है। हम लोग सोच रहे थे कि सरकार कुछ क्यों नहीं कर रहा है, वजह यही है, सामने खुलकर आ गई, संस्था बचाना है MLAs ने। और हमारे सरकार NDP के MLAs का ये कहना है कि संस्था बचाना है, जिस संस्था के अंदर उनके एक मिनिस्टर की बीवी भी काम कर रही है। शेन राम से और जैनेट अबॉर्ड की रिलेशनशिप की वजह से दोनों संस्था की इन्वेस्टिगेशन हुई है। अब NDP सरकार के एक मिनिस्टर, पिक्स के एक एम्प्लॉय और पिक्स को बचाना है, ये यही सरकार कह रही है। वजह क्या है? वी वांट टू नो दैट। NDP सरकार से सवाल है कि बताइए जरा आपके सामने, आप लोगों ने संस्था बचाना है, किस वजह से? मिनिस्टर की बीवी वहां काम कर रही है या कोई और वजह है? खैर, सवाल आपसे जरूर करते रहेंगे। विल बी राइट बैक आफ्टर क्विक कमर्शियल ब्रेक। ਤੁਸੀਂ ਸੁਣ ਰਹੇ ਹੋ ਮੀਡੀਆ ਵੇਵਸ ਦੇ ਕਿਸੇ ਵੀ ਪ੍ਰੋਗਰਾਮ ਵਿੱਚ ਆਪਣੇ ਬਿਜ਼ਨਸ ਨੂੰ ਵਧਾਉਣ ਲਈ, ਐਡਵਰਟਾਈਜ਼ਮੈਂਟ ਕਰਾਉਣ ਲਈ, ਵਧੀਆ ਡੀਲਸ ਲਈ ਸਾਡੇ ਨਾਲ ਸੰਪਰਕ ਕਰੋ 6044494444 604 449 3333। ਸੁਣਦੇ ਰਹੋ ਮੀਡੀਆ ਵੇਵਸ। काका
ਖੱਕਾ ਗੱਗਾ ਖੱਗਾ ਘਰ ਪਾਪਾ ਆਪਾਂ ਘਰ ਕਦੋਂ ਲਵਾਂਗੇ? ਇਹਨਾਂ ਨੇ ਘਰ ਕਿੱਥੇ ਲੈ ਕੇ ਦੇਣਾ ਹੈ? ਉਹ ਪੁੱਤਰਾ ਹੁਣ ਗੱਲ ਬਣ ਗਈ। ਮੈਂ ਪਲੈਨਟ ਗਰੁੱਪ ਰਿਐਲਿਟੀ ਦੇ ਮਨਦੀਪ ਸਿੰਘ ਢੁੱਡੀਕੇ ਨਾਲ ਗੱਲ ਕਰ ਲਈ ਹੈ। ਵਧੀਆ ਡੀਲ ਲੈ ਕੇ ਦੇਣਗੇ। ਕੰਸਟਰਕਸ਼ਨ ਅਤੇ ਰੈਨੋਵੇਸ਼ਨ ਦੀ ਸਿਰਦਰਦੀ ਤੋਂ ਵੀ ਬਚਾਂਗੇ। ਇਹਨਾਂ ਦੇ ਕੋਲ ਕੰਸਟਰਕਸ਼ਨ ਦਾ 15 ਸਾਲ ਦਾ ਤਜਰਬਾ ਹੈ। ਇਹਨਾਂ ਪਾਸ ਲੈਂਗਲੀ ਦੇ ਵਿੱਚ 1600 ਤੋਂ ਲੈ ਕੇ 2100 ਸਕੁਅਰ ਫੁੱਟ ਬਣੇ ਟਾਊਨ ਹੋਮ ਵੀਲ ਚੇਅਰ ਐਕਸੈਸਿਬਲ ਹਨ। ਚਾਹੇ ਤੁਸੀਂ ਐਲੀਵੇਟਰ ਵੀ ਲਗਵਾ ਸਕਦੇ ਹੋ। ਫਰਸਟ ਟਾਈਮ ਹੋਮ ਖਰੀਦਣਾ ਚਾਹੁੰਦੇ ਹੋ? ਅੱਜ ਹੀ ਗੱਲਬਾਤ ਕਰੋ। ਰੀਅਲ ਸਟੇਟ ਦੇ ਵਿੱਚ ਬੈਸਟ ਡੀਲ ਲੈਣ ਵਾਸਤੇ ਮਨਦੀਪ ਸਿੰਘ ਢੁੱਡੀਕੇ 6047168570 604 716 8570। ਘਰ ਖਰੀਦਣਾ ਚਾਹੁੰਦੇ ਹੋ ਜਾਂ ਘਰ ਵੇਚਣਾ ਚਾਹੁੰਦੇ ਹੋ? ਫਾਈਨ ਪ੍ਰਿੰਟਸ ਨੂੰ ਪੜ੍ਹਨਾ ਤੇ ਸਮਝਣਾ ਅਤਿਅੰਤ ਜ਼ਰੂਰੀ ਹੈ। ਇਹ ਸਿਰਫ ਔਰ ਸਿਰਫ ਭਰੋਸੇਮੰਦ ਰੀਅਲਟਰ ਹੀ ਕਰ ਸਕਦੇ ਹਨ। ਘਰ ਵੇਚਣ ਦਾ ਮਨ ਬਣਾਇਆ ਜਾਂ ਘਰ ਖਰੀਦਣਾ ਚਾਹੁੰਦੇ ਹੋ? ਸਹੀ ਤੇ ਭਰੋਸੇਯੋਗ ਸਲਾਹ ਦੇ ਲਈ ਕਾਲ ਕਰੋ 30 ਸਾਲ ਦਾ ਤਜਰਬਾ ਰੱਖਣ ਵਾਲੀ ਰੀਅਲਟਰ ਕੁਲਜੀਤ ਕੌਰ ਨੂੰ। SRS Panorama Realty 6047679992 604 767 9992। ਕੁਲਜੀਤ ਕੌਰ। ਕੈਨੇਡੀਅਨ ਸਰੀ ਵੈਜੀ ਪੀਜ਼ਾ ਤੇ ਕਰੀ ਹਾਊਸ 100% ਪਿਓਰ ਵੈਜੀਟੇਰੀਅਨ ਪੀਜ਼ਿਆਂ ਦਾ ਵੱਖਰਾ ਸਵਾਦ ਮਾਣਨਾ ਚਾਹੁੰਦੇ ਹੋ ਤਾਂ ਕਰੋ ਕਾਲ 604 593 1110, ਯੂਨਿਟ ਨੰਬਰ 106 8077 ਕਿੰਗ ਜੋਰਜ ਬੁਲੇਵਾਰਡ ਦੇ ਉੱਤੇ। ਅਦਰਕ ਧਨੀਆ ਵਾਲਾ ਪੰਜਾਬੀ ਸਟਾਈਲ ਪੀਜ਼ਾ, ਫਰਾਈਆਂ ਵਾਲਾ ਪੀਜ਼ਾ, ਫ੍ਰੈਂਚ ਵੈਟ ਬ੍ਰੈਡ ਪੀਜ਼ਾ, ਵੈਜੀਟੇਰੀਅਨ ਸੁਪਰੀਮ ਅਦਰਕ ਧਨੀਆ ਵਾਲਾ ਪੰਜਾਬੀ ਸਟਾਈਲ ਪੀਜ਼ਾ। 3 ਲਾਰਜ ਪੀਜ਼ੇ ਆਰਡਰ ਕਰੋ ਤਾਂ 1 ਮੀਡੀਅਮ ਚੀਜ਼ ਪੀਜ਼ਾ ਬਿਲਕੁਲ ਲਓ ਜੀ ਫ੍ਰੀ। ਸਵੇਰੇ 11 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਹਫਤੇ ਦੇ 7 ਦਿਨ ਖੁੱਲ੍ਹਦੇ ਨੇ। ਕੈਨੇਡੀਅਨ ਸਰੀ ਵੈਜੀ ਪੀਜ਼ਾ ਐਂਡ ਕਰੀ ਹਾਊਸ 6045931110। ਐਕਸਪ੍ਰੈਸ ਐਂਟਰੀ ਦੇ ਵਿੱਚ PR ਲਈ ਅਪਲਾਈ ਕਰਨਾ ਹੈ ਤਾਂ ਆਈਡੀਆ ਇਮੀਗ੍ਰੇਸ਼ਨ ਦੇ ਨਵਨੀਤ ਸ਼ਰਮਾ ਜੀ ਨੂੰ ਕਰੋ ਕਾਲ 604 597 1119 ਤੇ। BC ਦੇ ਵਿੱਚ PNP ਜਾਂ ਫਿਰ ਸਸਕੈਚੁਅਨ ਦੇ ਵਿੱਚ SINP ਦੇ ਲਈ ਗਾਈਡੈਂਸ ਦੀ ਲੋੜ ਹੈ। ਸਟੂਡੈਂਟਸ ਨੇ ਐਪਲੀਕੇਸ਼ਨ ਫਾਈਲ ਕਰਨੀ ਹੈ। ਸਟੱਡੀ ਵੀਜ਼ਾ, ਵਰਕ ਪਰਮਿਟ, ਮੈਰਿਜ, LMIA ਐਪਲੀਕੇਸ਼ਨ, ਓਨਰ ਆਪਰੇਟਰ ਜਾਂ ਫਿਰ ਇਨਵੈਸਟਮੈਂਟ ਐਪਲੀਕੇਸ਼ਨ, ਕੇਅਰ ਗਿਵਰ ਨੈਨੀ ਪ੍ਰੋਗਰਾਮ ਦੇ ਲਈ ਅਪਲਾਈ ਕਰਨ ਦੇ ਵਿੱਚ ਮਦਦ ਕਰਦੇ ਨੇ। ਆਈਡੀਆ ਇਮੀਗ੍ਰੇਸ਼ਨ ਦੇ ਦਫ਼ਤਰ ਸਰੀ ਕਲੋਨਾ ਤੇ ਰਜ਼ਾਈਨਾ ਵਿਖੇ ਨੇ। ਸਰੀ ਦਾ ਦਫ਼ਤਰ ਯਾਰਕ ਸੈਂਟਰ ਵਿਖੇ ਯੂਨਿਟ ਨੰਬਰ 209 7928 128 ਸਟੇਟ 604-597-1119। ਆਈਡੀਆ ਇਮੀਗ੍ਰੇਸ਼ਨ। ਮਿੱਤਰਾਂ ਦੇ ਫੰਕਸ਼ਨ ਤੇ ਰਾਤੀ ਲੱਗੀਆਂ ਮਹਿਫਲਾਂ ਰਿਫਲੈਕਸ਼ਨ ਬੈਂਕਟ ਹਾਲ ਤੇ ਨਾਰੇ। Reflection Banquet and Convention Center, a new and best hall in Surrey. Modern, elegant, top class, big patios के साथ, best food, lots of variety. You want to give the best to your guests? Party book करो Reflection Banquet and Convention Center ते 604-618-5114 6638 152 A Street, Surrey. Reflection Banquet and Convention Center. Plan Insurance ਕੋਲੋਂ ਲਓ ਲਾਈਫ ਇੰਸ਼ੋਰੈਂਸ ਤੇ ਸੁਪਰ ਵੀਜ਼ਾ ਇੰਸ਼ੋਰੈਂਸ ਦੀਆਂ ਬੈਸਟ ਆਪਸ਼ਨਸ। ਇੱਕ ਕਲੇਮ ਆਉਣ ਦੀ ਸੂਰਤ ਵਿੱਚ ਤੁਹਾਨੂੰ ਸਟੈਪ ਬਾय ਸਟੈਪ ਗਾਈਡ ਵੀ ਕਰਦੇ ਹਾਂ। ਜੇ ਤੁਸੀਂ ਵਿਜ਼ਿਟਰ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਦਾ ਕੋਟ ਲੈਣਾ ਹੈ ਤਾਂ ਤੁਸੀਂ ਇਹਨਾਂ ਨੂੰ ਸਿਰਫ ਵਿਜ਼ਿਟਰ ਦੇ ਏਜ ਟੈਕਸ ਕਰੋ 604-363-2200 ਤੇ। ਇਹ ਮਿੰਟਾਂ ਵਿੱਚ ਤੁਹਾਨੂੰ ਸਾਰੀਆਂ ਮੇਜਰ ਕੰਪਨੀਆਂ ਦੇ ਕੋਟ ਭੇਜ ਦੇਣਗੇ। ਇਹ BC ਅਲਬਰਟਾ ਦੇ ਨਾਲ ਟੋਰਾਂਟੋ ਵਿੱਚ ਵੀ ਸਰਵਿਸ ਪ੍ਰੋਵਾਈਡ ਕਰਵਾਉਂਦੇ ਹਾਂ। ਸਹੀ ਇੰਸ਼ੋਰੈਂਸ ਪਲਾਨ ਡਿਜ਼ਾਈਨ ਕਰਵਾਉਣ ਲਈ ਕਾਲ ਕਰੋ ਪਲਾਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨੂੰ 604-363-2200 604-363-2200 or visit planinsurance.ca। ਮੀਡੀਆ ਵੇਵਜ਼ ਦੇ ਪਲੇਟਫਾਰਮ ਤੇ ਜੀ ਪ੍ਰੋਗਰਾਮ ਦੇ ਵਿੱਚ ਅੱਜ ਗੱਲਬਾਤ ਚੱਲ ਰਹੀ ਹੈ ਖਾਸ ਤੌਰ ਦੇ ਉੱਤੇ ਕੋਡ ਆਫ ਕੰਡਕਟ ਰੀਸੈਟਿੰਗ ਅਟਾਰਾ ਦੀ। ਪਰ ਨਾਲ ਦੀ ਨਾਲ ਸਵਾਲ ਇਹ ਵੀ ਉੱਠ ਰਿਹਾ ਹੈ ਕਿ ਪਿਕਸ ਕੀ ਕਰ ਰਹੀ ਹੈ। ਜੋ ਮੈਨੂੰ ਸਵਾਲ ਪੁੱਛਿਆ ਨਾ ਕੱਲ ਕਿਸੇ ਨੇ, ਕਹਿੰਦੇ ਤੁਹਾਡੀ ਪਿਕਸ ਕਿਵੇਂ ਕਰ ਰਹੀ ਹੈ, ਵੀ ਉਹਨਾਂ ਤਾਂ ਸ਼ਰਮ ਆ ਗਈ। ਉਹਨਾਂ ਤਾਂ 100 ਦਿਨਾਂ ਦੀ ਰਿਪੋਰਟ ਦੇ ਦਿੱਤੀ। ਮੈਂ ਕਿਹਾ ਇਹਨਾਂ ਨੇ 100 ਦਿਨਾਂ ਦੇ ਵਿੱਚ ਚਾਲਬਾਜ਼ੀਆਂ ਕੀਤੀਆਂ ਨੇ। ਕਹਿੰਦੇ ਕਿਵੇਂ? ਕਹਿੰਦੇ ਇਹਨਾਂ ਨੂੰ ਹਲਾਸ਼ੇਰੀ ਮਿਲ ਗਈ। KPGM ਦੀ ਰਿਪੋਰਟ ਹੈ ਨਾ ਜਿਹੜੀ, ਉਹ ਇਹਨਾਂ ਨੇ ਸਰਕਾਰ ਨੂੰ ਦਿਖਾ ਦਿੱਤੀ ਤੇ ਸਰਕਾਰ ਦੇ ਵਿੱਚ ਸੁਖਨਾ ਸਰੀ ਦੇ ਵਿੱਚੋਂ NDP ਦੇ ਵਿੱਚੋਂ ਬਥੇਰੇ MLA ਪਹੁੰਚੇ। ਉਹਨਾਂ ਨੂੰ ਆਪਣੀ ਸੀਟਾਂ ਦੀ ਫਿਕਰ ਹੈ ਤੇ ਉਹ ਸੀਟਾਂ ਦੀ ਫਿਕਰ ਕਰਕੇ ਜਿਹੜੇ ਮਿਨਿਸਟਰਾਂ ਦੀਆਂ ਅਗਰ ਘਰ ਵਾਲੀਆਂ ਉੱਥੇ ਨੇ ਤਾਂ ਸੁਭਾਵਕ ਆ ਉਹ ਕਹਿੰਦੇ ਸਈਆਂ ਬਹੇ ਕੋਤਵਾਲ ਤੋਂ ਡਰ ਕਹੇਗਾ, ਅਸੀਂ ਜੋ ਮਰਜ਼ੀ ਕਰੀਏ। ਪਰ ਯਾਦ ਰਹੇ NDP ਸਰਕਾਰ ਨੂੰ ਇੱਕ ਮੁਫਤ ਦੀ ਸਲਾਹ ਦਿੰਨੀ ਆ। ਜਿਹੜੀਆਂ ਸਰੀ ਦੀਆਂ ਸੀਟਾਂ ਦੇ ਉੱਤੇ ਕਾਫੀ ਜ਼ਿਆਦਾ ਇਤਰਾਇਆ ਜਾ ਰਿਹਾ ਨਾ,
ਕਿਤੇ ਪਿਕਸ ਤੁਹਾਡੇ ਜੜਾਂ 'ਚ ਨਾ ਬਹਿ ਜਾਵੇ। ਜਦੋਂ ਪਿਕਸ ਦੀ ਇਹ ਕਾਰਗੁਜ਼ਾਰੀ 'ਚ ਅਗਰ ਸੁਧਾਰ ਤੁਸੀਂ ਆਪਣੇ ਟਾਈਮ 'ਚ ਨਹੀਂ ਕਰ ਸਕੇ ਤਾਂ ਐਨਡੀਪੀ ਪਾਰਟੀ ਦਾ ਇਤਿਹਾਸ ਮੁੜ ਦੁਹਰਾਇਆ ਜਾਏਗਾ। ਜਦੋਂ ਪਿਛਲੀ ਵਾਰੀ ਤੁਹਾਡੇ ਜੜਾਂ ਦੇ ਵਿੱਚ ਕੋਈ ਮੁੱਖ ਮੰਤਰੀ ਬੈਠਿਆ ਸੀ ਨਾ ਤਾਂ 16 ਸਾਲ ਤੁਸੀਂ ਥੱਕ ਗਏ ਸੀ ਆਪੋਜੀਸ਼ਨ 'ਚ ਬੈਠ ਕੇ, ਜਿਹੜੇ ਆਪਣੇ ਟੇਬਲ ਨੇ ਉਹਨਾਂ ਦੇ ਉੱਤੇ ਥੱਪੇ ਮਾਰ ਕੇ। ਜਦੋਂ 16 ਸਾਲ ਬੀਸੀ ਲਿਬਰਲ ਵਾਲਿਆਂ ਨੇ ਆਪਣੀਆਂ ਮਨਮਰਜ਼ੀਆਂ ਕੀਤੀਆਂ ਤਾਂ ਉਹਨਾਂ ਨੂੰ ਆਪਣੇ ਆਪ 'ਚ ਇਕੱਠੇ ਨਹੀਂ ਹੋ ਸਕੇ, ਇਕੱਠੇ ਨਹੀਂ ਹੋ ਪਾ ਰਹੇ, ਔਰ ਹਜੇ ਹੋਣਾ ਵੀ ਨਹੀਂ। ਔਰ ਪਿਕਸ ਦੇ ਖਿਲਾਰੇ ਕਰਕੇ ਐਨਡੀਪੀ ਪਾਰਟੀ ਇਸ ਪ੍ਰਕਾਰ ਸਰਕਾਰ ਖਿਲਰ ਸਕਦੀ ਹੈ, ਹਜੇ ਤੁਹਾਨੂੰ ਇਸ ਚੀਜ਼ ਦੀ ਤਹਿ ਪਤਾ ਨਹੀਂ। ਇਹ ਦੇਸੀ ਪੋਲਿਟਿਕਸ ਔਰ ਦੇਸੀ ਮੈਂਟੈਲਿਟੀ ਦੇ ਅੰਤਰਗਤ ਸੰਸਥਾ ਵੱਡੇ ਪੱਧਰ ਦੇ ਉੱਤੇ ਹੁਣ ਚੱਲ ਰਹੀ ਹੈ, ਜਿੱਥੇ ਕਿ ਉੱਥੇ ਅੱਡਾ ਬਣਾ ਕੇ ਪਿਕਸ ਦੇ ਪਲੇਟਫਾਰਮ ਨੂੰ ਅੱਡਾ ਬਣਾ ਕੇ ਬਹੁਤ ਕੁਝ ਹੋ ਰਿਹਾ ਹੈ। ਅਟੇਰਾ ਦੇ ਵਿੱਚ ਤਾਂ ਇਹ ਸੀ ਨਾ ਵੀ ਫੰਡਿੰਗ ਅਟੇਰਾ ਨੂੰ ਜ਼ਿਆਦਾ ਆਉਂਦੀ ਸੀ। ਇੱਥੇ ਉਸ ਫੰਡਿੰਗ ਦੇ ਵਿੱਚੋਂ ਸੁੱਖ ਨਾਲ ਜਿਹੜੀਆਂ ਪੱਤੀਆਂ ਨੇ ਉਹ ਕਿਵੇਂ ਲਈਆਂ ਜਾ ਸਕਦੀਆਂ ਨੇ, ਇਸ ਪ੍ਰਕਾਰ ਦੀਆਂ ਤਰੱਕੀਆਂ ਹੋ ਚੁੱਕੀਆਂ ਨੇ। ਅਗਰ ਐਨਡੀਪੀ ਸਰਕਾਰ ਇਹ ਨਹੀਂ ਦੇਖ ਰਹੀ, ਨਹੀਂ ਦੇ ਸਕਦੀ, ਨੰਬਰ 1 ਉਹ ਦੇਖਣਾ ਨਹੀਂ ਚਾਹੁੰਦੇ, ਨੰਬਰ 2 ਉਹ ਬੈਨੀਫਿਟ ਆਫ ਦਾ ਡਾਊਟ ਦੇ ਰਹੇ ਆ ਕਿ ਸ਼ਾਇਦ ਇਹ ਕੈਨੇਡਾ ਦੀ ਧਰਤੀ ਤੇ ਇਸ ਤਰ੍ਹਾਂ ਜਾ ਹੋ ਰਿਹਾ ਹੁੰਦਾ। ਇਹ ਸਰੀ ਵੀ ਹੈ। ਔਰ ਇਸ ਦਾਰੋ ਮਦਾਰ ਨੂੰ ਚਲਾਉਣ ਵਾਲੇ ਨੇ ਜਿਹੜੇ ਉਹ ਮਹਾਕਰੁਕ ਲੋਕਾਂ ਦਾ ਜ਼ਿਆਦਾਤਰ ਗੱਠਾ ਇਕੱਠਾ ਹੋਇਆ। ਇਹ ਜਿੰਨਾ ਚੱਕ ਕੇ ਮੋਢਿਆਂ ਤੇ ਬਿਠਾਉਂਦੇ ਆ ਨਾ, ਉਹਨਾਂ ਜਦੋਂ ਸੱਟਦੇ ਆ ਤਾਂ 10 ਫੁੱਟ ਡੂੰਘਾ ਦੱਬੇ ਜਾਂਦੇ ਆ। ਅਰੇ ਕਈ ਪਾਰਟੀਆਂ ਦਾ ਹਾਲ ਇਹ ਹੋ ਚੁੱਕਿਆ ਹੈ। ਮੈਂ ਮੰਨਦੀ ਹਾਂ ਕੁਝ ਸਰਕਾਰਾਂ ਆਸ਼ਾਨਾ ਘੱਟ ਗਿਣਤੀ ਦੇ ਲੋਕਾਂ ਦੇ ਨਾਲ ਜਿਹੜੇ ਮਸਲੇ ਨੇ, ਇਹ ਐਸ ਸਦੀ ਦੇ ਆ ਜਿਹੜਾ ਪਿਛਲਾ ਦਹਾਕਾ ਇਹਦੀ ਤਰਾਸਦੀ ਹੈ ਕਿ ਉਹ ਨੁਕਤੇ ਜਿਨ੍ਹਾਂ ਕਰਕੇ ਕਿਸੇ ਵੀ ਮਾਸ਼ਰੇ ਦੇ ਨਾਲ ਪਹਿਲਾਂ ਵਧੀਕੀ ਹੋ ਚੁੱਕੀ ਹੋਵੇ ਉਸ ਨੂੰ ਕੰਪਨਸੇਟ ਕਰਨ ਲਈ ਸਰਕਾਰਾਂ ਤੇ ਪਾਰਟੀਆਂ ਨੇ ਆਪਣੇ ਮੂੰਹ ਦੇ ਉੱਤੇ ਤਾਲੇ ਲਾਏ ਹੋਏ, ਛਿੱਕਲੀਆਂ ਲੱਗੀਆਂ ਹੋਈਆਂ ਨੇ ਕਿ ਪੋਲੀਟੀਕਲੀ ਕਰੈਕਟ ਹੈ ਨਹੀਂ। ਜੇ ਕਿਤੇ ਇਹਨਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਲੱਗ ਜਾਵੇ, ਸਾਡੀਆਂ ਵੋਟਾਂ ਮਰ ਜਾਣਗੀਆਂ। ਯਾਦ ਰਹੇ, ਇਟਸ ਏ ਬੈਡ ਬਗ ਇਨਫੈਸਟੇਸ਼ਨ, ਜਿੱਥੇ ਸਰਕਾਰੀ ਖਜ਼ਾਨੇ ਨੂੰ ਬੜੇ ਨਸੰਗ ਤੇ ਬੇਸ਼ਰਮਗੀ ਤਰੀਕੇ ਦੇ ਨਾਲ ਉਸ ਦੀ ਦੁਰਵਰਤੋਂ ਕੁਝ ਕੁ ਲੋਕ ਕਰਦੇ ਆ। ਅਗਰ ਕੋਈ ਵੀ ਸਰਕਾਰ ਚੁਣੇ ਹੋਏ ਨੁਮਾਇੰਦਿਆਂ ਦੇ ਵਿੱਚ ਇੰਨੀ ਹਿੰਮਤ ਹੈ ਨਹੀਂ ਕਿ ਜੋ ਗਲਤ ਹੈ, ਚਾਹੇ ਉਹ ਆਪਣਾ ਕਰ ਰਿਹਾ ਹੈ ਚਾਹੇ ਬਗਾਨਾ ਕਰ ਰਿਹਾ ਹੈ, ਤੁਹਾਡੀ ਸੋਚ ਸਮਝ ਤੇ ਪਾਰਟੀ ਦੇ ਨਾਲ ਮੇਲ ਖਾਂਦਾ ਕਰ ਰਿਹਾ ਜਾਂ ਵਿਰੋਧੀ ਧਿਰ ਵਾਲਾ ਕਰ ਰਿਹਾ, ਉਹਨੂੰ ਰੋਕਣ ਦੀ ਅਗਰ ਤੁਹਾਡੇ 'ਚ ਹਿੰਮਤ ਨਹੀਂ, then you are incapable of doing your duty। वैसे दीदी नॉन प्रॉफिट ऑर्गेनाइजेशंस के कहते हैं जो कोड ऑफ कंडक्ट्स है वो क्या है? ऑनेस्टी, हाँ। इंटेग्रिटी, ट्रांसपेरेंसी, कॉन्फिडेंशियलिटी एंड इक्विटी। अब पिक्स के अंदर अगर ये सब कुछ हम देखें, ऑनेस्टी देखें, सीईओ झूठ बोल रहा है, बोर्ड ऑफ डायरेक्टर्स सारे झूठ बोलते हैं, हेड ऑफ फाइनेंस झूठ बोलता है, शरेआम बुजुर्गों के पैसे अपने पर्सनल अकाउंट में डाल लेता है, ये ऑनेस्टी है। सीईओ जाके सस्कैचुअन में प्रॉपर्टी लेता है बोर्ड के प्रीवियस चेयर के साथ और फिर उन्हें कहता है कि मुझे मेरा नाम निकाल दो जी प्रॉपर्टी में से, ये ऑनेस्टी है। इंटेग्रिटी कहाँ है इनके अंदर? ट्रांसपेरेंसी कहाँ है? कॉन्फिडेंशियलिटी कहाँ है? हर किसी के साथ तो ये डिस्कस करते हैं क्या हो रहा है क्या नहीं हो रहा है, हर एक बात बोर्ड और सीईओ मिलजुल कर बनाते हैं, जो लफड़े करते हैं वो सारे मिलजुल कर होता है। शर्म आनी चाहिए ऐसे बोर्ड और ऐसे सीईओ पर। कहते honesty, integrity, transparency, confidentiality and equity are each example of values that are typically expressed in a charitable non-profit's code of ethics.
but there may be other values that are very important to your non-profit, and you may wish to spell those out so that the donating public prospective. याद रखो, इनके जो और कोड ऑफ कंडक्ट है वो है पैसे चोरी करना, लोगों को उल्लू बनाना, किस तरह से लोगों को लूटना, रेडियोथॉन करना, हेड ऑफ फाइनेंस के अकाउंट में पैसे डिपॉजिट करना. दिस इज व्हाट दे आर डूइंग. ये इनकी कोड ऑफ कंडक्ट है. और शर्म वाली बात है कि हमारे एनडीपी सरकार खामोश है. एनडीपी सरकार खामोश है. और कितने सबूत चाहिए एनडीपी सरकार को? एनडीपी सरकार के एमएलए कह रहे हैं कि संस्था बचानी है, क्योंकि यार बेली मिनिस्टर की बीवी काम करती है वहां. किस वजह से संस्था बचानी है? संस्था में जहां रॉन्ग डूइंग्स हो रहे हैं उसकी आवाज उठाना चाहिए एमएलए को कि संस्था बचाने की फिक्र होनी चाहिए. संस्था कहीं नहीं जाएगा. संस्था जाएगा भी तो सरकार के हाथों में जाएगा, और फिर सरकार उसे साफ सुथरा करके वापस दे देगा, ना कि सीईओ सतबीर चीमा के साथ उनके सस्पेंडेड रियल्टा कैंप पवार जैसे लोगों के हाथ में रहेगा. देखने वाली बात यह है कि सस्पेंडेड रियल्टा और जो बोर्ड ऑफ डायरेक्टर्स, इनके और कितने खानदान फैमिलीज इंक्लूड हो गए पिक्स के अंदर. पिछले दिनों किसी ने मुझे बताया कि बोर्ड ऑफ डायरेक्टर कोई गोयल है, उसके कोई जानने वाला गोयल भी आ गया. और ऐसे कितने काम करेंगे पिक्स, तब जाके सरकार के आंखें खुलेंगे कि हाँ इनको भी ऑडिट करना है. सरकार इतना लीनियंट क्यों है पिक्स के साथ कि उनको कहते हैं खुद ही तुम ऑडिट करा लो. अगर इस तरह की सरकार हो कि ऐसे चोरों को ऑडिट खुद चोरों को करने के लिए कह दे, तो फिर ये सरकार किस काम की? ये सरकार किस काम की जो सरकार इस तरह से बातें करते हैं? शर्म आती है सरकार के एमएलए ये बात करते हुए संस्था बचानी है. याद रखो, सिर्फ तुम्हारा देन नहीं है उस संस्था में आम लोगों ने अपने खून पसीने के पैसे शामिल किए. फिर आपको ही क्यों फिक्र है संस्था बचाने की? क्यों फिक्र है आपको अकेले ही इस संस्था को बचाने के लिए? व्हाट अबाउट ऑल दोस पीपल हु हैव डोनेटेड मनी टू पैक्स? उनकी आवाज कौन सुनेगा? संस्था बचानी है. शेम ऑन यू एमएलए दैट यू सेड दिस. और आपको अच्छी तरह से पता है आप कौन हो और क्यों कहा आपने ऐसे. अच्छी तरह से मालूम है मुझे. बस कुछ दिनों में पर्दाफाश भी यही करना है कि संस्था बचाने के लिए एमएलए इस तरह के चोरों को छुपाना, चोरी छुपा रहे हैं, तो कल को अपनी कुर्सी बचाने के लिए ये एमएलए क्या क्या कर सकता है. इतने गिरे हुए हैं हमारे एमएलए आजकल के. शर्म आनी चाहिए. ਅੱਛਾ ਨੇ ਇੱਕ ਗੱਲ ਹੋਰ. ਹਾਂਜੀ. ਅੱਛੀ ਗੱਲ ਆ ਸੰਸਥਾ ਬਚਾਣੀ ਹੈ. ਤਰੀਕਾ ਦੇਖੋ ਦੱਸਦਾ ਹੈ ਵੀ ਉਸ ਤਰੀਕੇ ਨਾਲ ਬਚਾਣੀ ਹੈ ਜਿੱਥੇ ਸਾਡੇ ਆਪਣੇ ਮਫਾਦ ਰਾਜੀ ਨੇ. ਅਸੀਂ ਵੀ ਤਾਂ ਸੰਸਥਾ ਹੀ ਬਚਾਉਣਾ ਚਾਹੁੰਦੇ ਆ, ਪਰ ਇਹੋ ਜਿਹੇ ਲੋਕਾਂ ਨੂੰ ਕੱਢ ਕੇ ਜਿਹੜੇ ਸੰਸਥਾ ਦੇ ਨਾਂ ਦੇ ਉੱਤੇ ਆਹ ਕੰਮ ਕਰ ਰਹੇ ਆ, ਵੀ ਵਾਂਟ them ਆਊਟ. ਉਹ ਬਾਹਰ ਨਿਕਲਣੇ ਚਾਹੀਦੇ, ਦਫਾ ਕਰਨੇ ਚਾਹੀਦੇ. ਮੈਂ ਤਾਂ ਕਹਾਂਗੀ ਫਾਇਰ ਕਰਨੇ ਚਾਹੀਦੇ ਆ. ਔਰ ਇੰਨੇ ਸਮੇਂ ਦੇ ਵਿੱਚ ਜਿਹੜਾ ਉਹਨਾਂ ਨੇ ਸੰਸਥਾ ਨੂੰ ਨੁਕਸਾਨ ਪਹੁੰਚਾਇਆ ਧਨ ਰਾਸ਼ੀ ਤੋਂ ਲੈ ਕੇ ਹਰ ਤਰ੍ਹਾਂ ਦਾ, ਉਹਦੇ ਲਈ ਉਹਨਾਂ ਨੂੰ ਕਲੇਮ ਕਰੋ. ਇਹਨਾਂ ਨੂੰ ਕੁਰਕ ਕਰਦੇ ਉਹਨਾਂ ਦੇ ਜਿਹੜੀਆਂ ਪ੍ਰਾਪਰਟੀਆਂ ਬਣਾ ਕੇ ਬੈਠੇ ਹੋਏ ਨੇ. ये भी देखना पड़ेगा ये एमएलए के कितने प्रॉपर्टीज है. ये एमएलए अपने कुर्सी बचाने के लिए क्या क्या किए है कि संस्था बचाने के लिए इनको बड़ी प्रॉब्लम आ रही है कि संस्था बचाए. उनको ये नहीं नजर आ रहा क्या करप्शन वहाँ हो रहा है. शर्म आती है मुझे ऐसे लोगों को अपने लेजिस्लेचर के कुर्सियों पर बैठे देखकर. शर्म आती है. और पिक्स जो भी कुछ कर रहे हैं, they are not stopping. They are going ahead. They are going ahead. Suspended realtor, शराबी कबाबी वालों को बोर्ड में बैठा के साबित क्या कर रहे? What are they doing? मैं हमेशा ये सोचती हूँ कि जिनका इतना नीच सोच है कि ऑनेस्टी, इंटेग्रिटी, ट्रांसपेरेंसी ना देखे, संस्था बचाना चाहते हैं, वो एमएलए की कुर्सी में कैसे बैठा हुआ है?
इनके पर्दाफाश करके लोगों को बताना ज़रूरी है कि देखो ये चेहरे हैं जो कह रहे हैं कि हम आपके राइडिंग्स को आवाज़ देंगे, तो ये करप्ट आवाज़ करप्ट नॉन प्रॉफिट ऑर्गेनाइजेशन के साथ दे रही है। ਇੱਕ ਗੱਲ ਆਸ਼ਾ ਨਾ ਹੋਰ, ਪੁਰਾਣੀਆਂ ਤਸਵੀਰਾਂ ਲਾਉਂਦੇ ਹੁੰਦੇ ਆ ਅਕਸਰ ਇਹ, हाँ जी, ਵੀ ਅਸੀਂ ਤਾਂ ਸ਼ੁਰੂ ਤੋਂ ਕਿਸਾਨਾਂ ਦੇ ਅਧਿਕਾਰਾਂ ਲਈ ਲੜਦੇ ਲੜਦੇ ਫਿਰ ਅਸੀਂ ਪਿਕਸ ਤੱਕ ਪਹੁੰਚੇ ਆ। ਅੱਛੀ ਗੱਲ ਹੈ। ਮੈਂ ਇਸੇ ਖੇਤਰੀ ਇਲਾਕੇ ਦੇ ਵਿੱਚ ਪਿਛਲੇ 30-35 ਸਾਲਾਂ ਤੋਂ ਦੇਖਦੀ ਆ ਰਹੀ ਹਾਂ ਕਿ ਕਿਸ ਪ੍ਰਕਾਰ ਐਨਡੀਪੀ ਦੇ ਜਿਹੜੇ ਹੁਣ ਮਿਨਿਸਟਰ ਬਣੇ ਹੋਏ ਨੇ ਹੱਥ ਦੇ ਵਿੱਚ ਫੱਟੇ ਚੱਕ ਕੇ ਮਜ਼ਾਰੇ ਕਰਦੇ ਸੀ ਔਰ ਚਾਹੁੰਦੇ ਸੀ ਉਹਨਾਂ ਦੀ ਆਵਾਜ਼ ਸੁਣੀ ਜਾਵੇ। ਤਾਂ ਇਹ ਸੋ ਕਾਲਡ ਮਿਨਿਸਟਰਾਂ ਨੂੰ ਤੇ ਨਾਲ ਦੀ ਨਾਲ ਇਹ ਸਾਰੇ ਐਮਐਲਏਜ਼ ਨੇ ਤੇ ਨਾਲ ਸਰਕਾਰ ਹੈ ਜਿਹੜੀ, ਮੈਂ ਉਹਨਾਂ ਨੂੰ ਸਵਾਲ ਕਰਦੀ ਹਾਂ। ਪਿਕਸ ਦੀ ਏਜੀਐਮ ਬਾਹਰ ਮਜ਼ਾਰਾ ਹੋ ਰਿਹਾ ਹੈ ਬੜੇ ਢੰਗ ਤਰੀਕੇ ਦੇ ਨਾਲ। 85 ਸਾਲਾਂ ਦੀ ਔਰਤ ਜਿਹੜੀ ਪਿਛਲੇ ਲੰਮੇ ਸਮੇਂ ਤੋਂ ਆਪਣੇ $1000 ਦੀ ਡੋਨੇਸ਼ਨ ਦੇ ਜਵਾਬ ਮੰਗ ਰਹੀ ਹੈ, ਉਹ ਔਰਤ ਟੈਕਸੀ ਕਰਕੇ ਬਜ਼ੁਰਗ ਜਿਹੜੀ ਆਪਣੇ ਆਪ ਦੇ ਵਿੱਚ ਤੁਰਨ ਫਿਰਨ ਦੇ ਵਿੱਚ ਪੂਰੀ ਤਰ੍ਹਾਂ ਆਸਾਨੀ ਹੈ ਉਸ ਦੇ ਲਈ, ਉੱਥੇ ਪਹੁੰਚਦੀ ਹੈ, ਆਪਣੀ ਉੱਥੇ ਕੁਰਸੀ ਬੱਗੀ ਜੀ ਰੱਖ ਕੇ ਉਹਦੇ ਉੱਤੇ ਬੈਠਦੀ ਹੈ, ਬੋਲਦੀ ਹੈ ਔਰ ਇਹਨਾਂ ਦੇ ਸਮਰਥਕ ਉਹਨੂੰ ਝੂਠੀ ਸਾਬਤ ਕਰ ਰਹੇ ਆ। ਉਹਨੂੰ ਕਹਿ ਰਹੇ ਆ ਤੇਰੇ ਕੋਲ ਕੀ ਪ੍ਰੂਫ ਹੈ? ਅੱਛਾ, ਉਹਨੇ ਦਿਖਾ ਦਿੱਤਾ ਵੀ ਆ ਮੇਰੇ $1000 ਦੀ ਸਟੇਟਮੈਂਟ ਆ, ਕਮਲ ਘੁੰਮਣ ਦੇ ਨਾਂ ਦੇ ਉੱਤੇ ਜਮ੍ਹਾਂ ਹੋਈ ਹੈ। ਤਾਂ ਉਹ ਬੰਦਾ ਇਹਨਾਂ ਦੇ ਵੋਟ ਪਾ ਕੇ ਜਿਹੜਾ ਆਇਆ ਅੰਦਰੋਂ, ਉਹ ਕਹਿ ਰਿਹਾ ਇਹੀ 1000 ਆ, ਹੋਰ ਕੀ ਹੈ? ਔਰ ਇਹ ਉਹ ਮਿਨਿਸਟਰ ਨੇ ਜਿਹੜੇ ਇੱਕ ਪੈਸੇ ਪਿੱਛੇ ਫਾਰਮ ਵਰਕਰਸ ਦੇ ਲਈ ਲੜਦੇ ਆਏ ਹੈ। ਇਹਨਾਂ ਨੂੰ ਤਾਂ ਡੁੱਬ ਮਰਨਾ ਚਾਹੀਦਾ। 85 ਸਾਲਾਂ ਦੀ ਬਜ਼ੁਰਗ ਔਰਤ ਮਜ਼ਾਰੇ ਦੇ ਵਿੱਚ ਆ ਕੇ ਟੈਕਸੀ ਤੇ ਆ ਕੇ ਉੱਥੇ ਖੜੀ ਹੋਈ ਆ। ਮੈਂ ਇਹਨੂੰ ਬਾਅਦ ਚ ਛੱਡ ਕੇ ਵੀ ਨਹੀਂ ਮਾਤਾ ਜੀ, ਮੈਂ ਤੁਹਾਨੂੰ ਤੁਹਾਡੇ ਘਰ ਛੱਡ ਕੇ ਆਉਣੀ ਆ। ये जो ਔਰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ। वैसे दीदी ये जो पिक्स का बड़ा स्पोक्स पर्सन आया था बात करने के लिए, कि मिसेस मलिक से बात करने के लिए बाहर आया था, तो ये स्पोक्स पर्सन के लिए $1000 चोरी नहीं है। कितने डॉलर्स होते हैं चोरी, ये उनसे पूछना पड़ेगा। $1,00,000 होगा तब चोरी होगा, $2,00,000 होगा तब चोरी होगा। $1000 चोरी नहीं है इनके लिए। और ऐसे कितने $1000 गए हैं जो चोरी नहीं है, ये पूछना चाहिए पिक से। खैर, वापस आते हैं कुछ व्यापारिक संदेशों के बाद। ਓਹੋ, ਰਾਤ ਦੇ 2 ਵੱਜ ਗਏ, ਭੁੱਖ ਨਾਲ ਢਿੱਡ 'ਚ ਚੂਹੇ ਦੌੜਦੇ ਨੇ। ਚੱਲ ਇਹਨਾਂ ਨੂੰ ਵੀ ਖਿਲਾ ਪਿਲਾ ਦਿੰਨੇ ਆ। ਪਾਇਲ ਬਿਜ਼ਨਸ ਸੈਂਟਰ 'ਚ ਪਾਇਲ ਚਾਟ ਹਾਊਸ 24 ਆਵਰ ਖੁੱਲ੍ਹਦੇ ਨੇ। ਸਵੇਰੇ 4 ਵਜੇ ਤੋਂ ਲੈ ਕੇ 11 ਵਜੇ ਤੱਕ ਹਰ ਤਰ੍ਹਾਂ ਦੇ ਪਰੌਂਠਿਆਂ ਦਾ ਬਣੋ ਆਨੰਦ। ਬਾਕੀ 24 ਘੰਟੇ ਹਰ ਤਰ੍ਹਾਂ ਦੇ ਤੰਦੂਰੀ ਵੈਜ ਨਾਨ ਵੈਜ ਖਾਣੇ ਆਰਡਰ ਕਰੋ ਜਾਂ ਫਿਰ ਬੈਠ ਕੇ ਖਾਓ। 604-596-1990। ਪਾਇਲ ਚਾਟ ਹਾਊਸ ਆਉਣ ਲੱਗੇ ਬਿੱਟੂ ਲਈ ਗੋਟ ਮੀਟ ਵੀ ਲੈ ਆਵਾਂਗੇ। ਹੋਰ ਤਾਂ ਹੋਰ, ਪਾਰ ਤੇ 100 ਬੰਦੇ ਤੱਕ ਦੀ ਕੇਟਰਿੰਗ ਘਰ ਜਾ ਕੇ ਤੰਦੂਰ ਲਾ ਕੇ ਕਰਦੇ ਨੇ। ਅੱਜ ਹੀ ਕਰੋ ਕੇਟਰਿੰਗ ਬੁੱਕ 604-518-7444। ਪਾਇਲ ਚਾਟ ਹਾਊਸ। ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਸਹੀ ਸਲਾਹ ਤੁਹਾਡੇ ਹਿੱਤ ਦੇ ਵਿੱਚ ਫੈਸਲੇ ਕਰਵਾਉਂਦੀ ਹੈ, ਜਿਸ ਲਈ ਨਿਊ ਵਰਲਡ ਕੈਨੇਡਾ ਇਮੀਗ੍ਰੇਸ਼ਨ ਸਰਵਿਸਿਜ਼ ਦੇ ਬਲਵਿੰਦਰ ਜੀਤ ਬਾਸੀ ਨੂੰ ਕਰੋ ਕਾਲ 604-572-4000। ਇਹ ਸਰਟੀਫਾਈਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਤੇ ICCRC ਦੇ ਮੈਂਬਰ ਨੇ ਔਰ 2011 ਤੋਂ ਸੇਵਾਵਾਂ ਦੇ ਰਹੇ ਹਨ। ਇਮੀਗ੍ਰੇਸ਼ਨ ਦੇ ਹਰ ਮਸਲੇ ਦੇ ਲਈ ਕਰੋ ਕਾਲ 604-575-8000। ਯੂਨੋ ਨੰਬਰ 403-83-18-120 ਸਟਰੀਟ ਸਰੀ, ਜਾਂ ਵਿਜ਼ਿਟ ਕਰੋ www.newworldcanada.ca। ਘਰ ਦਾ ਪਲਾਨ ਤੇ ਬਣ ਗਿਆ, ਟੂਟੀਆਂ ਤੇ ਟੱਬ ਕਿੱਥੋਂ ਲੈਣੇ ਆ ਸ਼ੇਰਿਆ? ਸਰਦਾਰ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਤੇ ਸਭ ਤੋਂ ਸੋਹਣਾ ਸ਼ੋਰੂਮ ਹੈ HD ਪ੍ਰੋਡਕਟ। ਇਹ ਤੋਂ ਬਿਨਾਂ ਕਿਤੇ ਹੋਰ ਗੱਲ ਨਹੀਂ ਬਣਨੀ। ਕਮਾਓ ਏ ਫੋਨ 604-231-9592। ਹੁਣੇ ਲਓ ਸਰਦਾਰ 604-231-9592। ਆਪਣੇ ਡ੍ਰੀਮ ਹਾਊਸ ਵਿੱਚ ਬਾਥਰੂਮ ਅਤੇ ਕਿਚਨ ਦੀ ਯੂਨੀਕ ਲੁੱਕ ਵਾਸਤੇ ਇੱਕ ਗੇੜਾ HTA ਦੇ ਸ਼ੋਰੂਮ ਸਿੰਪਸਨ ਅਤੇ ਬ੍ਰਿਜਪੋਰਟ ਦੇ ਕਾਰਨਰ ਤੇ ਜ਼ਰੂਰ ਮਾਰੋ। ਕਾਲ HTA 604-231-9592।
ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਸਹੀ ਸਲਾਹ ਤੁਹਾਡੇ ਹਿੱਤ ਦੇ ਵਿੱਚ ਫੈਸਲੇ ਕਰਵਾਉਂਦੀ ਹੈ, ਜਿਸ ਲਈ ਨਿਊ ਵਰਲਡ ਕੈਨੇਡਾ ਇਮੀਗ੍ਰੇਸ਼ਨ ਸਰਵਿਸਿਜ਼ ਦੇ ਬਲਵਿੰਦਰ ਜੀਤ ਬਾਸੀ ਨੂੰ ਕਰੋ ਕਾਲ 604 572 4000। ਇਹ ਸਰਟੀਫਾਈਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਤੇ ICCRC ਦੇ ਮੈਂਬਰ ਨੇ ਔਰ 2011 ਤੋਂ ਸੇਵਾਵਾਂ ਦੇ ਰਹੇ ਹਨ। ਇਮੀਗ੍ਰੇਸ਼ਨ ਦੇ ਹਰ ਮਸਲੇ ਦੇ ਲਈ ਕਰੋ ਕਾਲ 604 575 8000, ਯੂਨਿਟ ਨੰਬਰ 403 83 18 120 ਸਟਰੀਟ ਸਰੀ, ਜਾਂ ਵਿਜ਼ਿਟ ਕਰੋ www.newworldcanada.ca। बिरयानी गोट कढ़ाई निहारी चिकन कढ़ाई बाबा की बीफ कबाब कढ़ाई ਕਿਹੜਾ ਖਾਣ ਪੀਣ ਦਾ ਮੰਤਰ ਪੜ ਰਹੀ ਹੈ? ਇਹ ਮੰਤਰ ਹਾਊਸ ਆਫ ਚਿਕਨ ਦੇ ਡਿਸ਼ਸ ਦਾ ਹੈ, ਚਾਹੇ वो बिरयानी हो या फिर गोट कढ़ाई। कल दे डिनर भूल नहीं सकती, अभी भी हाथों से खुशबू नहीं जा रही। ਹਾਂ, ਮੈਂ ਵੀ ਸੁਣਿਆ ਹਾਊਸ ਆਫ ਚਿਕਨ ਦਾ ਕ੍ਰਿਸਪੀ ਗ੍ਰਿਲਡ ਚਿਕਨ ਜਾਂ ਫਿਰ ਤੰਦੂਰੀ ਚਿਕਨ, ਵਿੰਗਸ, 버ਗਰ, ਪੈਰੀ ਪੈਰੀ ਬਹੁਤ ਹੀ ਸਵਾਦ ਨੇ। ਪਹੁੰਚੋ 8223 120th ਸਟਰੀਟ ਡਲਟ ਵਾਲੇ ਪਾਸੇ। ਟੈਲੀਫੋਨ ਨੰਬਰ 2364661119। ਇੱਕ ਵਾਰੀ ਹਾਊਸ ਆਫ ਚਿਕਨ ਦੀ ਬਿਰਿਆਨੀ ਖਾਓਗੇ, ਪਾਕਿਸਤਾਨ ਦੀ ਬਿਰਿਆਨੀ ਭੁੱਲ ਜਾਓਗੇ। ਹਾਊਸ ਆਫ ਚਿਕਨ। ਹਾਊਸ ਵਾਰਮਿੰਗ ਪਾਰਟੀ ਤੇ ਸਾਰਿਆਂ ਦੇ ਨਿਗਾਹ ਘਰ ਦੇ ਬਲਾਈਂਡਸ ਵਾਲੀ ਸੀ। ਇਹਨਾਂ ਨੂੰ ਕੀ ਪਤਾ ਇਹ ਘਰ ਦੀ ਸਜਾਵਟ ਗ੍ਰੇਟ ਬਲਾਈਂਡਸ ਦਾ ਕਮਾਲ ਹੈ। ਗ੍ਰੇਟ ਬਲਾਈਂਡਸ ਦੇ ਮਾਡਰਨ ਡਿਜ਼ਾਈਨ ਦੀ ਬਹੁਤ ਜ਼ਿਆਦਾ ਵੱਡੀ ਸਿਲੈਕਸ਼ਨ ਦੇਖਣ ਤੇ ਖਰੀਦਣ ਦੇ ਲਈ ਇਕਲੌਤੇ ਸ਼ੋਰੂਮ ਦਾ ਪਤਾ ਹੈ ਯੂਰ ਨੰਬਰ 14 13478 78th ਐਵਨਿਊ 6045037007 ਤੇ ਕਰੋ ਕਾਲ। ਗ੍ਰੇਟ ਬਲਾਈਂਡਸ ਦੇ ਅਮਰੀਕਾ ਵਾਲੇ ਸ਼ੋਰੂਮ ਦਾ ਪਤਾ 3705 ਅਵਰਨ ਵੇ, ਅਵਰਨ, ਵਾਸ਼ਿੰਗਟਨ 2533217007, ਜਾਂ greatblindscanada.com ਤੇ ਕਰੋ ਵਿਜ਼ਿਟ। ਘਰ ਜਿੱਥੇ ਮਰਜ਼ੀ ਲੋ, ਪਰਦਾ ਗ੍ਰੇਟ ਬਲਾਈਂਡਸ ਤੋਂ ਹੀ ਲਵਾਓ। ਮੀਡੀਆ ਵੇਵਜ਼ ਦੇ ਪਲੇਟਫਾਰਮ ਤੋਂ ਜੀ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਰਿਆਂ ਨਾਲ ਮਿਲ ਜੁਲ ਕੇ ਗੱਲਬਾਤ ਦਾ ਸਿਲਸਿਲਾ ਜਿਹੜਾ ਸਾਡੇ ਪਿਛਲੇ ਕੁਝ ਦਿਨਾਂ ਦੇ ਵਿੱਚ ਮਿਲੀਆਂ ਹੋਈਆਂ ਤਾਜ਼ਾ ਜਿਹੜੀਆਂ ਜਾਣਕਾਰੀਆਂ ਨੇ ਉਹਨਾਂ ਦੇ ਮੁਤਲਕ ਚੱਲ ਰਿਹਾ, ਔਰ ਖ਼ਾਸ ਤੌਰ ਦੇ ਉੱਤੇ ਅਠੇਰਾ ਨੇ ਆਪਣੇ ਪਹਿਲੇ 100 ਦਿਨਾਂ ਦੀ ਕਾਰਗੁਜ਼ਾਰੀ ਹੈ ਜਿਹੜੀ, ਜਿਸ ਦੇ ਵਿੱਚ ਕੋਡ ਆਫ ਕੰਡਕਟ ਦੇ ਅੰਤਰਗਤ ਰੀਸੈਟ ਬਟਨ ਕਹਿੰਦੇ ਦੱਬਿਆ ਉਹਨਾਂ ਨੇ ਵੀ ਜਿਹੜੀਆਂ ਕਤਾਈਆਂ ਉਹ ਖ਼ਤਮ ਕਰਕੇ ਦੁਬਾਰਾ ਸੋਧ ਕਰਕੇ ਅਸੀਂ ਜਿਹੜੀ ਸੰਸਥਾ ਚਲਾਉਣੀ ਹੈ। ਤਾਂ ਨਾਲ ਸਵਾਲ ਇਹ ਵੀ ਪੁੱਛਣਾ ਸ਼ੁਰੂ ਕਰਦਾ ਜੀ, ਕਹਿੰਦੇ ਜੀ ਉਹਨਾਂ ਨੇ ਤਾਂ ਰਿਪੋਰਟ ਦਿੱਤੀ ਤੇ ਇਹਨਾਂ ਦੀ 100 ਦਿਨਾਂ ਦੀ ਕੀ ਰਿਪੋਰਟ ਹੈ? ਮੈਂ ਕਿਹਾ ਜੀ ਇਹਨਾਂ ਨੇ ਚਾਲ ਦੇ ਵਿੱਚ ਆਪਣੀ ਰਫ਼ਤਾਰ ਵਧਾਈ ਹੋਣੀ ਹੈ, ਕਿਉਂਕਿ ਉਹ ਇਹ ਲੋਟੂ ਲਾਣਾ ਹੈ ਜਿਹੜਾ ਆਪਣੇ ਆਪ ਨੂੰ ਰੋਕ ਕੇ ਸੁਧਰਨ ਦੀ ਬਜਾਏ ਕਹਿੰਦੇ ਨਹੀਂ ਜੇ ਇੰਨਾ ਕੀਤਾ ਹੋਰ ਸਹੀ, ਹੋਰ ਉੱਤੇ ਜਾਣ ਵਾਲੇ ਬੰਦੇ ਨੇ ਇਹ। ਸੋ ਇਹਨਾਂ ਦੇ ਵੱਲੋਂ ਕੋਈ ਇਸ ਤਰ੍ਹਾਂ ਦੀ ਅਜੇ ਤੱਕ ਕੁਛ ਨਹੀਂ ਹੈ ਕਲੀਅਰ। ਬਾਕੀ AGM ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੋਈ ਆਸ਼ਾ ਨਾ, ਆਪਣੇ ਮਿਸਿਸ ਮਲਕ ਉਹਨਾਂ ਦੀ ਗੱਲ ਕਿ ਕਿਸ ਪ੍ਰਕਾਰ ਜਦੋਂ ਉਹਨਾਂ ਨੇ ਸਵਾਲ ਪੁੱਛੇ ਸੀਗਾ, ਮੈਨੂੰ ਇਹ ਥੋੜ੍ਹਾ ਡਰ ਸੀਗਾ ਵੀ ਕਿਤੇ ਗਿਰ ਨਾ ਜਾਣ, ਪਾਰਕਿੰਗ ਲੋਟ ਦਾ ਸੈਂਟਰ ਸੀਗਾ ਵੀ ਐਵੇਂ ਕਿਤੇ 60 ਫੀਟ ਲੱਗ ਜਾਏਗੀ, ਪਰ ਉਹ ਬੜੇ ਪੈਸ਼ਨੇਟ ਸਨ, ਉਹਨਾਂ ਨੇ ਸਾਫ਼ ਸਵਾਲ ਪੁੱਛੇ। ਉਹ ਕਹਿੰਦੇ ਸੀ ਮੈਂ ਦੇਖਣਾ ਚਾਹੁੰਦੀ ਹਾਂ ਕਿਹੜੇ ਇਹ ਲੋਟੂ ਲਾਣੇ ਨੂੰ ਸਪੋਰਟ ਕਰਨ ਵਾਲੇ ਜਾ ਰਹੇ ਹੈ, ਔਰ ਉਹਨਾਂ ਦਾ ਹੱਕ ਵੀ ਬਣਦਾ ਹੈ। ਮੈਂ ਹੈਰਾਨ ਹਾਂ ਵੀ ਚੁਣੇ ਹੋਏ ਨੁਮਾਇੰਦੇ ਜਿਹੜੇ ਫਾਰਮ ਵਰਕਰਸ ਦੇ ਲਈ 2 ਸੈਂਟ ਜੀ ਇਹਨਾਂ ਨੂੰ ਸੁਰੱਖਿਅਤ ਬੈਨ ਹੈ ਨਹੀਂ ਜੀ, ਆਹ ਹੈ ਨਹੀਂ, ਉਹਦੇ ਲਈ ਲੜਦੇ ਰਹੇ ਆ। ਇਹ 85 ਸਾਲਾਂ ਦੀ ਬਜ਼ੁਰਗ ਦੇ ਨਾਲ ਇਹਨਾਂ ਦੀ ਪਿਆਰੀ, ਬਹੁਤੀ ਜ਼ਿਆਦਾ ਪਿਆਰੀ ਤੇ ਨਿਆਰੀ ਸੰਸਥਾ ਪਿਕਸ ਦੇ ਵਿੱਚੋਂ ਉਹਨਾਂ ਦੇ ਫਾਈਨੈਂਸ ਦੇ ਹੈੱਡ ਕਮਲ ਘੁੰਮਣ ਵੱਲੋਂ ਕੀਤੀ ਹੋਈ ਜਿਹੜੀ ਕੋਤਾਹੀ ਹੈ ਉਹਦਾ ਜਵਾਬ ਦੇਣ ਦੀ ਬਜਾਏ ਇਹ ਕਹਿੰਦੇ ਜੀ ਨਹੀਂ ਜੀ ਇਹਦੇ ਨਾਲ ਤਾਂ ਆਪਣੀ ਜਿਹੜੀ ਸੰਸਥਾ ਉਹਨੂੰ ਬਚਾਉਣਾ ਹੈ ਅਸੀਂ। ਇਹਦੇ ਵਿੱਚ ਅੱਛਾ ਨਾ ਹੋਰ ਵੀ ਗੱਲ ਨਿਕਲੇਗੀ, ਮੈਂਟਲ ਮੈਨੂਪੂਲੇਸ਼ਨ ਨਿਕਲੇਗੀ। ਹਾਂਜੀ, ਮੈਂਟਲ ਮੈਨੂਪੂਲੇਸ਼ਨ ਕਰਕੇ ਇਹ ਸਰਕਾਰ ਤੋਂ ਪੈਸਾ ਕਿਵੇਂ ਲਿਆ ਜਾਂਦਾ, ਮੈਂਟਲ ਮੈਨੂਪੂਲੇਸ਼ਨ ਕਰਕੇ ਤੁਹਾਨੂੰ ਯਾਦ ਵੇਅਰ ਇਜ਼ ਮਾਈ ਮਨੀ ਵਾਲੀ ਗੱਲ। ਆਈ ਐਮ ਸਟਾਰਟ ਵਾਚਿੰਗ ਵੀ ਇਹ ਕਿਸ ਤਰ੍ਹਾਂ ਦਾ ਬਿਹਾਰ ਆ। ਇਹ ਤਾਂ ਫਿਰ ਐਂ ਹੀ ਹੋ ਗਿਆ ਵੀ ਜਿਵੇਂ ਆਪਣੇ ਇੰਡੀਆ ਹੁੰਦਾ ਸੀ ਨਾ, ਮੰਗਤੇ ਜਿਹੜੇ ਹੁੰਦੇ ਸੀਗੇ ਬੰਬੇ ਵਾਲੀ ਸਾਈਡ ਦੇ ਉੱਤੇ, ਜੇ ਨਹੀਂ ਸੀ ਦਿੰਦੇ ਉਹ ਫੜ ਕੇ ਤੁਹਾਡੇ ਕੱਪੜੇ ਖਿੱਚਣ ਲੱਗ ਜਾਂਦੇ ਸੀ ਤੇ ਉਹ ਤੋਂ ਬਾਅਦ ਉਹ ਅਗਰੈਸਿਵ ਹੋ ਜਾਂਦੇ ਸੀ ਪੈਨ ਹੈਂਡਲਰ। ਇੱਥੇ ਵੀ ਤੁਸੀਂ ਦੇਖੇ ਹੋਣਗੇ ਉਸ ਤਰ੍ਹਾਂ ਦਾ ਬਿਹਾਰ ਮੈਨੂੰ ਉਸ ਸਮਾਗਮ ਦੇ ਵਿੱਚ ਦਿਖਾਈ ਦਿੱਤਾ ਸੀਗਾ। ਲੈਟਸ फेस इट, इट्स अ रियलिटी। दीदी चलो शुक्र है कि अटायरा पे जो कोड ऑफ कंडक्ट की रीसेटिंग हो रही है, एटलीस्ट एक रिलीफ मिल रहा है कि वो संस्था साफ कर रहे हैं। दे आर गेटिंग अ न्यू CEO, बोर्ड ऑफ डायरेक्टर्स, सारा कुछ चेंज हो रहा है। तलाई हुई है। इट्स कोड ऑफ कंडक्ट रीसेटिंग कर रहे हैं और पिक्स जो है वो मानते ही नहीं है कि हमारे अंदर कुछ गलत हो रहा है, मानते नहीं। हालांकि AGM में CEO खड़ा होकर अपने आंसू बहा रहे थे
लेकिन ये नहीं मान रहे कि हम गलत कर रहे हैं। बोर्ड ऑफ डायरेक्टर्स, हर एक नॉन प्रॉफिट ऑर्गेनाइजेशन के बोर्ड ऑफ डायरेक्टर्स की भी कोड ऑफ कंडक्ट होते हैं। ये जो बोर्ड ऑफ डायरेक्टर्स है, इनमें से पूछ लो जाकर, किसी को कोड ऑफ कंडक्ट का पता भी है? क्योंकि ये सारा बोर्ड सतबीर का है, जो CEO है पिक्स का। कोड ऑफ कंडक्ट क्या है? ऑल्सो कॉल्ड अ स्टेटमेंट ऑफ वैल्यूज ऑफ कोड ऑफ एथिक्स। कोड ऑफ एथिक्स, जहां पर सस्पेंडेड रियल्टर बैठा हुआ है, जिन्होंने एथिक्स की धज्जी उड़ाई है रियल एस्टेट में, और सिर्फ उड़ाई नहीं, अभी भी उड़ा रहे हैं। हमारे शहर के मेयर की डिनर के टिकट्स बेच रहा है, और क्या क्या काम करेगा। अपने आप को सो कॉल्ड डेवलपर कह रहा है, लोगों से पैसे ले रहा है इन्वेस्टमेंट के लिए। ये कोड ऑफ एथिक्स है पिक्स ऑफ के बोर्ड ऑफ डायरेक्टर्स के। कैम पवार, सस्पेंडेड रियल्टर जैसे लोग बैठे हैं बोर्ड में। कोड ऑफ एथिक्स, एक शराबी जिसको पिक्स ने नौकरी से निकाला था जब चरणपाल गिल संभालते थे पिक्स को, शराबी को नौकरी से निकाला गया था। उसी शराबी कबाबी को उठाकर लाकर बोर्ड का चेयर बना दिया। ये कोड ऑफ एथिक्स है पिक्स का। CEO से पूछे जरा कोई। और जो ये MLAs जो खड़े हैं, कहते जी संस्था बचाना है, उनसे पूछो ये कोड ऑफ एथिक्स है पिक्स का, और इसे आप लोग बचाना चाहते हो। और भी बोर्ड ऑफ डायरेक्टर्स है, एक एक के नाम के साथ मेरे पास बहुत कुछ अटैच्ड है। फार्मर्स के वक्त डोनेशन जो इकट्ठे हुए थे, उसमें कहाँ कहाँ किधर हुए थे, एक बोर्ड ऑफ डायरेक्टर का उससे भी संबंध है। अब आप ये बताइए कि ये कोड ऑफ एथिक्स है पिक्स का। कहते पॉलिसी दैट आउटलाइंस द प्रिंसिपल्स एंड स्टैंडर्ड्स दैट योर नॉन प्रॉफिट बोर्ड मेंबर्स मस्ट फॉलो। और ये कोड ऑफ एथिक्स, कोड ऑफ कंडक्ट बोर्ड ऑफ मेंबर्स फॉलो करेंगे, जिनके पास अपने खुद के कोई एथिक्स नहीं है पिक्स के बोर्ड ऑफ डायरेक्टर्स की। Your code of conduct should reflect your non-profit's mission and values and connect them to professional behavior standards. Wow. Wow. ये बोर्ड को क्या पता नहीं है कि कंवल कुम्मन अपने अकाउंट में बुजुर्गों के पैसे डिपॉजिट कर रहे? एंड डोंट टेल मी कि ये बोर्ड ऑफ डायरेक्टर्स को नहीं पता है कि एक मशीन, पैसे लेने वाला, किस तरह से वर्क करता है। और एक आम बंदा, एक हेड ऑफ फाइनेंस को ये मशीन की क्यों जरूरत पड़ गई थी लेकर जाने के लिए? क्या इसको पहले से पता था कि पिक्स के मशीन काम नहीं करेगा? क्या बोर्ड ऑफ डायरेक्टर्स ये सवाल नहीं पूछ सकते उनसे? या ये बोर्ड ऑफ डायरेक्टर्स पढ़े लिखे नहीं है, इनको मालूम नहीं है? लेकिन जब बोर्ड ऑफ डायरेक्टर्स सस्पेंडेड रियल्टर कैम पवार जैसा हो, जो चोरी करने में माहिर है, रियल एस्टेट बोर्ड ने उन्हें सस्पेंड किया है, तो फिर उनको ये सब कुछ नहीं नजर आता है। ये वो तो $1000 बहुत ही कम रकम समझते हैं ना, वो तो लाखों में बात करते हैं, करोड़ों में बात करते हैं। बोर्ड ऑफ डायरेक्टर्स ने क्यों ये सारी बातें नहीं समझ सके? प्रोफेशनल बिहेवियर स्टैंडर्ड्स है इनके अंदर, जिनको एक बोर्ड, रियल एस्टेट बोर्ड ने सस्पेंड किया है। गूगल करके देखो, सारे डॉक्यूमेंट्स पड़े हुए हैं। उसको अगर आप प्रोफेशनल बिहेवियर स्टैंडर्ड्स कहते हो तो शर्म से डूब मरना चाहिए हम लोगों को। और अगर MLA उनको ये कहते कि संस्था बचाना है, तो MLA को कुर्सी नहीं रखनी चाहिए अगले इलेक्शन में। फिर तो MLA भी उतना ही इस गंद में शामिल है जितना पिक्स के और बोर्ड ऑफ डायरेक्टर्स और CEO शामिल है। ਅੱਛਾ ਨਾ, ਚੋਰੀ ਨੂੰ ਦੇਖ ਕੇ ਅਣਦੇਖਾ ਕਰਨ ਵਾਲਾ ਖਾਸ ਤੌਰ ਤੇ ਪਬਲਿਕ ਵੱਲੋਂ ਚੁਣਿਆ ਹੋਇਆ ਨੁਮਾਇੰਦਾ ਵੀ ਖੁਦ ਜ਼ਿੰਮੇਵਾਰ ਹੈ। ਇਹ ਕੋਈ ਇਹ ਨਹੀਂ ਹੈ ਕਿ ਡੈਮੇਜ ਕੰਟਰੋਲ ਕਰਨ ਲਈ ਤਾਂ ਖੈਰ ਪਿਕਸ ਵਾਲਿਆਂ ਨੇ ਹਾਇਰ ਕਰ ਲਏ ਸੀ, ਅਜੇ ਵੀ ਸ਼ਾਇਦ ਹੋਣਗੇ। ਪਰ ਨਾਲ ਦੀ ਨਾਲ ਇਹ ਵੀ ਗੱਲ ਦੇਖੋ, ਅੱਛਾ ਨਾ, ਕਿਸੇ ਮੈਨੂੰ ਇਹ ਵੀ ਗੱਲ ਪੁੱਛੇਗੀ, ਕਹਿੰਦੇ ਜੀ AGM ਦੇ ਉੱਤੇ ਤੁਸੀਂ ਮੁਜ਼ਾਹਰਾ ਕੀਤਾ ਸੀਗਾ, ਉਹਨਾਂ ਨੇ ਤੁਹਾਡੀ ਗੱਲ ਨਹੀਂ ਸੁਣੀ। AGM ਦੇ ਉੱਤੇ ਗੱਲ ਹੋਈ ਤਾਂ ਮਿਸਿਸ ਮਲਕ, ਉਹਨਾਂ ਦੀ ਤਾਂ ਗੱਲ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ। ਇੱਕ ਗੱਲ ਹੋਰ ਦੇਖੋ,
ਮੈਂ ਕਿਹਾ ਜੀ ਏਜੀਐਮ ਦੇ ਵਿੱਚ ਕੀ ਹੋਣਾ ਸੀ? ਕਹਿੰਦੇ ਕਿਵੇਂ? ਮੈਂ ਕਿਹਾ ਚਲਿੱਤਰਦਾਰ ਆਪਣੀ ਚਲਿੱਤਰ ਦਿਖਾ ਕੇ, ਮੈਂ ਕਿਹਾ ਅੱਧੇ ਘੰਟੇ ਦੀ ਸਪੀਚ ਸੀ, 15 ਮਿੰਟ ਉਹਨੇ ਟਸੂਏ ਬਹਾਏ ਹੈ CEO ਆਪਣੇ ਚੀਮੇ ਨੇ, ਔਰ ਬਾਕੀ ਮੂਹਰੇ ਆਪਣਾ ਰੰਡੀ ਰੋਣਾ ਜਿਹਾ ਰੋ ਕੇ ਦੂਜਿਆਂ ਨੂੰ ਸਿੰਪਥੀ ਲੈ ਕੇ ਚਲੋ ਜੀ, ਨਾਲ ਚੋਰਾਂ ਦੀ ਮੰਡਲੀ ਦੇ ਵਿੱਚ ਆਪਣੇ ਵਰਗੇ 2-3 ਚੋਰ ਹੋਰ ਜਮ੍ਹਾਂ ਕਰ ਲਿਆ। ਆਹ AGM ਹੈ, ਔਰ ਸਰਕਾਰ ਸਾਡੇ ਟੈਕਸ ਪੇਅਰ ਦੇ ਪੈਸੇ ਕਿਉਂ ਇਹਨਾਂ ਨੂੰ ਦੇ ਰਹੀ ਹੈ? ਮੈਂਟਲ ਮੈਨੂਪੂਲੇਸ਼ਨ ਦੀ ਹੱਦ ਇੱਥੇ ਤੱਕ ਹੈ ਕਿ ਹਾਂ, ਜਿਹੜੇ ਲੋਕ ਈਵਨ ਤੁਹਾਨੂੰ ਯਾਦ ਆ ਵੀ ਜਿਹੜੇ ਭਾਈ ਸਾਹਿਬ ਆਪਣੇ ਪਾਸ ਆ ਕੇ ਗੱਲ ਕਰ ਰਹੇ ਸਨ ਕਿ ਕਿਸ ਪ੍ਰਕਾਰ ਉਹਨਾਂ ਦੇ ਨਾਲ ਬਿਹੇਵ ਹੈ ਜਿਹੜਾ CEO ਦਾ ਸੀ, ਔਰ ਉਹਨੇ ਕਿਹਾ ਸੀ ਕਿ ਕੁਛ ਕੁ ਦਿਨਾਂ ਦੇ ਵਿੱਚ ਹੁਣ ਬਹਾਨਾ ਲਾ ਕੇ ਮੇਰਾ ਕਮਰਾ ਖਾਲੀ ਕਰਾ ਕੇ ਮੈਨੂੰ ਬਾਹਰ ਕੱਢ ਦੇਣਗੇ। ਉਸ ਬਜ਼ੁਰਗ ਨੇ ਆਪ ਦੱਸਿਆ ਸਾਡੇ ਪਾਸ ਆ ਕੇ, ਔਰ ਤੁਹਾਨੂੰ ਅਸੀਂ ਸੁਣਾਇਆ ਵੀ। ਉਹ ਕੈਨ ਯੂ ਇਮੈਜਿਨ? ਹਜੇ ਗੱਲਾਂ ਇਹ ਵੀ ਬਾਹਰ ਆ ਰਹੀਆਂ ਨੇ ਕਿ ਜਿਹੜਾ ਆਪਣੇ ਬਜ਼ੁਰਗਾਂ ਦੇ ਰਿਹਾਇਸ਼ ਵਾਲੀ ਗੱਲ ਆ, ਬਹੁਤੇ ਜ਼ਿਆਦਾ ਲੋਕਾਂ ਦੀ ਜਿਹੜੀ ਪੈਨਸ਼ਨ ਆ ਉਹ $1200 ਤੱਕ ਹੁੰਦੀ ਆ ਸ਼ਾਇਦ, ਇਸ ਤੋਂ ਵੱਧ ਨਹੀਂ ਹੁੰਦੀ। ਉਹਨੂੰ 1200 ਦੇ ਵਿੱਚ ਰੋਟੀ ਪਾਣੀ ਸਾਰਾ ਕੁਝ ਖਾਣ ਨੂੰ ਮਿਲਦਾ, ਇਹਨਾਂ ਤਾਂ ਘਰ ਬਣਾ ਮਿਲਦਾ। ਯਾਦ ਰਹੇ ਇਹ ਸੰਸਥਾ ਸਰਕਾਰ ਤੋਂ 1200 ਆ ਜਿਹੜਾ ਤੁਹਾਡੇ ਵਾਲਾ ਹਿੱਸਾ ਲੈਣ ਤੋਂ ਬਾਅਦ ਆ, ਜਿੰਨਾ ਖਾਪਾ $3-4 ਮਹੀਨੇ ਦਾ ਸਾਰਾ ਸਰਕਾਰੀ ਖਜ਼ਾਨੇ ਚੋਂ ਲੈਂਦੇ ਆ, ਔਰ ਉਹ ਵੀ ਟੈਕਸ ਪੇਅਰਸ ਦੇ ਪੈਸੇ ਨੇ। ਔਰ ਉਹਨਾਂ ਸਾਰਿਆਂ ਦੇ ਸਿਰ ਦੇ ਉੱਤੇ ਗਾਇਕੀ ਕਾਇਮ ਕਰਕੇ ਇਹਨਾਂ ਨੇ ਆਪਣੀਆਂ ਰੋਟੀਆਂ ਪੱਕੀਆਂ ਕੀਤੀਆਂ ਹੋਈਆਂ ਨੇ। ਜੇ ਇਸ ਤਰ੍ਹਾਂ ਦੀਆਂ ਕਤਾਈਆਂ ਨੇ, ਜਿਹੜੇ ਸਵਾਲ ਉੱਠ ਰਿਹਾ, ਇਹ ਬਜ਼ੁਰਗਾਂ ਦੀ ਕੀ ਸੇਵਾ ਕਰਨਗੇ ਜੇ 85 ਸਾਲਾਂ ਦੀ ਬਜ਼ੁਰਗ ਤੋਂ $1000 ਦੀ ਠੱਗੀ ਮਾਰਨ ਵਾਲੇ ਨੇ ਇਹ? ਔਰ ਇਹਨਾਂ ਦੇ ਸਮਰਥਕ ਜਿਹੜੇ ਬਾਹਰ ਆ ਕੇ ਕਹਿੰਦੇ ਨੇ ਮੈਂ ਵੀ ਬੈਂਕ 'ਚ ਕੰਮ ਕੀਤਾ, ਕਹਿੰਦੇ ਸਰਦਾਰ ਜੀ ਕਹਿੰਦੇ ਮੈਂ ਵੀ ਬੈਂਕ 'ਚ ਕੰਮ ਕੀਤਾ। ਜੀ ਭੈਣ ਜੀ 1000 ਹੀ ਆ ਇਹ, ਹੋਰ ਕੀ ਆ? ਕਹਿੰਦੇ ਬੁੱਲੇ, ਇਹਦਾ ਮਤਲਬ ਪਿਕਸ ਦੇ ਵਿੱਚ $1000 ਦੀ ਠੱਗੀ ਚੋਰੀ 1000 ਨਹੀਂ ਹੈ, ਕਿਉਂਕਿ ਇੱਥੇ $1 ਮਿਲੀਅਨ ਦੀ ਠੱਗੀ ਚੱਲਦੀ ਹੈ। ਔਰ ਸਰਕਾਰ ਕਾਹਦੇ ਕਰਕੇ ਚੁੱਪ ਹੈ? NDP ਦੇ ਚੁਣੇ ਹੋਏ ਜਿਹੜੇ ਨੁਮਾਇੰਦੇ ਨੇ, ਮਿਨਿਸਟਰ ਵੀ ਦੱਬ ਕੇ ਨੇ ਸਰੀ ਚੋਂ, MLA ਵੀ NDP ਦੇ ਦੱਬ ਕੇ ਨੇ, ਉਹ ਕਿਹੜੇ ਗੱਲ ਨੂੰ ਚੁੱਪ ਨੇ ਬਈ? ਕਾਹਦੇ ਲਈ ਚੁੱਪ ਨੇ ਉਹ? ਕਿ ਉਹਨਾਂ ਨੂੰ ਇਹ ਸਾਰੇ ਦੇ ਸਾਰੇ ਮਿਨਿਸਟਰਾਂ ਨੂੰ ਦੱਸਣਾ ਪੈਣਾ ਕਿ ਕੀ ਉਹ ਚੁੱਪ ਨੇ ਕਿਉਂਕਿ ਸੰਸਥਾ ਵਾਲਿਆਂ ਨੇ ਕਿਹਾ ਵੀ ਦੇਖੋ ਜੀ ਬਦਨਾਮ ਕਰਦੇ ਨੇ, ਸੰਸਥਾ ਚਲੀ ਜਾਊਗੀ ਸਾਡੀ ਕਮਿਊਨਿਟੀ ਦੀ ਇਕੱਲੀ ਸੰਸਥਾ? ਕਿ ਇਹਦੇ ਨਾਲ NDP ਸਰਕਾਰ ਜਾਂ ਕੋਈ ਵੀ ਪੋਲੀਟੀਕਲ ਪਾਰਟੀ ਸੋਚਦੀ ਹੈ ਕਿ ਇੰਡੋ ਕੈਨੇਡੀਅਨ ਜਿਹੜੀ ਵੋਟ ਹੈ ਉਹਨਾਂ ਦੇ ਖਿਲਾਫ ਹੋ ਜਾਏਗੀ? ਯਾਦ ਰਹੇ, ਚੋਰਾਂ ਦੀ ਜੁੰਡਲੀ ਦੇ ਜ਼ਿਆਦਾਤਰ ਇੰਡੋ ਕੈਨੇਡੀਅਨ ਕਮਿਊਨਿਟੀ ਇਹ ਚੋਰਾਂ ਦੀ ਜੁੰਡਲੀ ਦੇ ਖਿਲਾਫ ਹੈ। ਇਹ ਸਾਰੀ ਦੀ ਸਾਰੀ ਕਮਿਊਨਿਟੀ ਦੀ ਰਿਪਰੈਜ਼ੈਂਟੇਟਿਵ ਨਹੀਂ ਹਨ। ਇਹ ਸਰਕਾਰ ਨੂੰ NDP ਨੂੰ ਜਾਣ ਲੈਣਾ ਚਾਹੀਦਾ। ਜੇ ਉਹ ਇਸ ਗੱਲ ਤੇ ਅੱਖਾਂ ਮੀਚਦੇ ਆ, ਇਹਦਾ ਮਤਲਬ ਇੱਥੇ ਦਾ ਸਿਸਟਮ ਕਰਪਟ ਕਰਨ ਦੇ ਵਿੱਚ ਮੌਜੂਦਾ ਸਰਕਾਰ ਤੇ ਮੌਜੂਦਾ ਜਿਹੜੀ ਪਾਰਟੀ NDP ਦੀ ਸਰਕਾਰ ਉਹ ਆਪ ਵਿੱਚ ਮਿਲੀ ਹੋਈ ਹੈ। ਇਹ ਹੁਣ ਉਹਨਾਂ ਨੇ ਦਰਸਾਉਣਾ ਆਪਣੇ ਬਿਹਾਰ ਦੇ ਨਾਲ। ਜੇ ਇਹਨਾਂ ਨੂੰ ਨੱਥ ਪਾ ਕੇ ਇੱਥੋਂ ਦੀ ਸਫਾਈ ਕਰਦੇ, ਜਿੰਨੇ ਜਿਹੜੇ ਵੀ ਵਿਅਕਤੀ ਬੋਰਡ ਭੰਗ ਕਰਨ, ਬੋਰਡ ਨੂੰ ਸਾਰੇ ਨੂੰ ਭੰਗ ਕਰਕੇ ਅਕੀਦੇਦਾਰ ਲੋਕ ਬਹਾਲ ਹੋਣੇ ਚਾਹੀਦੇ ਨੇ। CEO ਜਿਹੜੇ ਡਾਇਰੈਕਟਰ ਇਸ ਤਰ੍ਹਾਂ ਦੀਆਂ ਕਤਾਈਆਂ ਕਰਦੇ ਨੇ, ਦੇ ਸ਼ੁੱਡ ਆਲ ਬੀ ਫਾਇਰਡ। ਜੇ ਇਹ ਰੈਟਰੋ ਪੇ ਲੈ ਸਕਦੇ ਆ ਤਾਂ ਸਰਕਾਰ ਨੂੰ ਅਧਿਕਾਰ ਹੋਣੇ ਚਾਹੀਦੇ ਨੇ ਕਿ ਸਰਕਾਰੀ ਧਨ ਰਾਸ਼ੀ ਦੇ ਨਾਲ ਇਸ ਤਰ੍ਹਾਂ ਦੀ ਖਰਾਤੀ ਸੰਸਥਾ ਦੇ ਵਿੱਚ ਸੇਵਾਵਾਂ ਦੇਣ ਦੇ ਪਰਦੇ ਦੇ ਵਿੱਚ ਕਿਸ ਪ੍ਰਕਾਰ ਇਹ ਲੋਕ ਨੇ ਲੁੱਟ ਮਚਾਈ ਹੋਈ ਆ, ਉਹ ਸਾਰੇ ਦਾ ਸਾਰਾ ਪੈਸਾ ਇਹਨਾਂ ਦੇ ਨਿਲਾਮ ਕਰਕੇ ਇਹਨਾਂ ਤੋਂ ਉਗਰਾਇਆ ਜਾਣਾ ਚਾਹੀਦਾ, ਤਾਂ ਕਿ ਇਹ ਇੱਕ ਤਰੀਕੇ ਦਾ ਸਬਕ ਹੋਵੇ ਕਿ ਅੱਗੇ ਤੋਂ ਸਰਕਾਰੀ ਖਜ਼ਾਨਾ ਜਾਂ ਖਰਾਤੀ ਸੰਸਥਾ ਦੇ ਪਰਦੇ ਹੇਠਾਂ ਇਸ ਤਰ੍ਹਾਂ ਦੀਆਂ ਕਤਾਈਆਂ ਕਰਨ ਦੀ ਕੋਈ ਜ਼ਰੂਰਤ ਨਾ ਕਰੇ। ਤਾਂ ਮੈਂ ਇਹਨਾਂ ਨੂੰ ਸਰਕਾਰ ਮੰਨਾਂ, ਵਰਨਾ ਮੈਂ ਤਾਂ ਇਹੀ ਕਹੂੰਗੀ ਵੀ ਝੰਡੇ ਲੈ ਕੇ ਬਸ ਸਿਰਫ ਆਪਣੀ ਪਾਰਟੀ ਦੀ ਸਰਕਾਰ ਬਣਾਉਣਾ ਹੀ ਮਨਸੂਬਾ ਸੀ। ਆਮ ਪਬਲਿਕ ਨੂੰ ਵੀ ਵਰਤਿਆ ਹੀ ਜਾਂਦਾ ਹੈ, ਵਰਤਿਆ ਹੀ ਜਾ ਰਿਹਾ ਸੀ। ਅਮੀਰਾਂ ਦੀ ਸਰਕਾਰ ਤੋਂ ਮੈਂ ਉਮੀਦ ਨਾ ਕਰਾਂ, ਪਰ NDP ਸਰਕਾਰ ਤਾਂ ਇਹ ਅਕੀਦਾ ਮੈਂ ਸੁਣਦੀ ਆਈ ਆ 30 ਸਾਲਾਂ ਤੋਂ, ਇਹ ਪਾਠ ਸਵੇਰੇ ਸ਼ਾਮ, ਇਹ ਹਰ ਇੱਕ ਮੁਜ਼ਾਹਰੇ ਤੇ ਹਰ ਇੱਕ ਗੱਲ ਦੇ ਵਿੱਚ ਅਸੀਂ ਆਮ ਲੋਕਾਂ ਨਾਲ ਖੜੇ ਹਾਂ, ਅਸੀਂ ਆਮ ਲੋਕਾਂ ਨਾਲ ਖੜੇ ਹਾਂ। ਖੜੇ ਤੁਸੀਂ ਕਾਹਦੇ ਹੋ? ਤੁਸੀਂ ਇਹਦਾ ਮਤਲਬ ਖੜੇ ਹੋ ਆਪਣੀ ਵੋਟ ਤੇ ਆਪਣੀ ਸਰਕਾਰ ਬਣਾਉਣ ਦੇ ਨਾਲ। ਜੇ ਤੁਸੀਂ ਪਿਕਸ ਦੀ ਧੁਲਾਈ ਨਹੀਂ ਕਰਦੇ, ਸਾਰੇ ਬੋਰਡ ਦੇ ਵਿੱਚ ਕੋਈ ਚੱਜ ਦਾ ਬੰਦਾ ਨਹੀਂ,
ਆਟੇ 'ਚ ਨੂਣ ਦੇ ਬਰਾਬਰ ਸ਼ਾਇਦ ਕੋਈ ਮਿਲ ਜਾਵੇ ਇੱਕ ਅੱਧਾ, ਉਹ ਵੀ ਭਾਲਿਆਂ ਛਿੜਕਾਣਿਆਂ, ਪਰ ਉਹਦਾ ਚੁੱਪ ਰਹਿਣਾ ਉਸ ਵਿਅਕਤੀ ਦਾ, ਇਹਦਾ ਮਤਲਬ ਇਸ ਸ਼ਮੂਲੀਅਤ ਦੇ ਵਿੱਚ ਸ਼ਾਮਲ ਹੋਣਾ ਔਰ ਇਹਨਾਂ ਨੂੰ ਪ੍ਰੋਤਸਾਹਿਤ ਕਰਨ ਵਾਲਾ ਸੁਨੇਹਾ ਦਿੰਦਾ ਹੈ। ਕੋਈ ਵੀ ਗਲਤ ਕਾਰਗੁਜ਼ਾਰੀ ਹੁੰਦੀ ਆ, ਇਹੋ ਜਿਹੇ ਵਿਅਕਤੀ ਨੂੰ ਫੜ ਕੇ ਕੰਨ ਤੋਂ ਬਾਹਰ, ਖਰਾਤੀ ਸੰਸਥਾ ਚਾਹੇ, ਇਹ ਕੋਈ ਪ੍ਰਾਈਵੇਟ ਬਿਜ਼ਨਸ ਨਹੀਂ ਹੈ। ਜਾਂ ਕਿ ਪਿਕਸ ਆਸ਼ਿਆਨਾ ਮੌਜੂਦਾ ਸਰਕਾਰ NDP ਪਾਰਟੀ ਦਾ ਪ੍ਰਾਈਵੇਟ ਬਿਜ਼ਨਸ ਹੈ, ਕਹਿ ਦੇਣ, ਮੌਜੂਦਾ ਸਰਕਾਰ ਕਹਿ ਦੇਵੇ ਵੀ ਪਿਕਸ ਆ ਜੀ ਸਾਡੀ ਪ੍ਰਾਈਵੇਟ ਸੰਸਥਾ ਹੈ, ਫਿਰ ਅਸੀਂ ਵੀ ਮੰਨ ਲਾਂਗੇ, ਅਸੀਂ ਦੇਖ लांगे ਅਸੀਂ ਕੀ करना। खैर, आज के इस प्रोग्राम में आप लोगों ने साथ दिए, तहे दिल से शुक्रिया अदा कर रही हूँ। याद रखो, पिक्स के अंदर ना एथिक्स है, ना रिस्पेक्ट है, ना कोड है, ना ऑनेस्टी है, ना इंटेग्रिटी है। फिर ये किस तरह के नॉन प्रॉफिट ऑर्गेनाइजेशन हुए? सवाल और इन्वेस्टिगेशन NDP सरकार के MLA से अब पूछा जाएगा कि उन्होंने संस्था बचाने के लिए लोगों के फंड्स के साथ खिलवाड़ की है, पिक्स को बचाने के लिए खामोश रही है। ये सवाल NDP के MLA से पूछा जाएगा। इस प्रोग्राम में साथ देने के लिए शुक्रिया। Until next time, goodbye and be safe। ਪ੍ਰੋਗਰਾਮ ਦੇ ਵਿੱਚ ਸਮਾਂ ਸਾਂਝਾ ਕਰਨ ਲਈ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।